ਇਹ ਸੰਗੀਤਕ ਹਸਤੀਆਂ ਜਿਨ੍ਹਾਂ ਦੇ ਨਾਲ ਅੱਜ ਅਸੀਂ ਗੱਲਬਾਤ ਕਰਨੀ ਹੈ ਉਹ ਵੀ G20 ਦੇ ਵਿੱਚ ਅਜਿਹੀ ਹਾਜ਼ਰੀ ਲਗਵਾ ਕੇ ਆਈਆਂ ਨੇ ਕਿ ਜਿਨ੍ਹਾਂ ਨੇ ਸੰਗੀਤ ਦੇ ਤੌਰ ਤੇ ਇਹ ਦੱਸਿਆ ਕਿ ਸਾਡੀਆਂ ਹੱਦਾਂ ਸਰਹੱਦਾਂ ਤੋਂ ਪਾਰ ਅਮੀਰੀਆਂ ਵਜ਼ੀਰੀਆਂ ਤੋਂ ਪਾਰ ਇੱਕ ਵੱਖਰੀ ਹਸਤੀ ਹੈ। ਸਾਨੂੰ ਜਿਹੜੇ ਜੋ ਮੈਡਮ ਡਾਇਰੈਕਟਰ ਨੇ SN ਅਕੈਡਮੀ ਦੇ ਡਾਕਟਰ ਸੰਧਿਆ ਜੀ ਨੇ ਮੈਨੂੰ ਬੁਲਾਇਆ ਤੇ ਉਹਨਾਂ ਨੇ ਕਿਹਾ ਕਿ ਵੀ ਪੰਜਾਬ ਦਾ ਹੋਣਾ ਬਹੁਤ ਜ਼ਰੂਰੀ ਹੈ। उन्होंने बड़े प्यार ने कहा कि भी मोदी जी तो नाराज़ हो जाएंगे फिर जो पंजाब ना डाला तो इसमें तो कि ओबीअसली सानू पता सी कि जो भी उत्थे असीं प्रेजेंट करना PM ऑफिस तो PMO तो लेके आ रहा सीगा कि तुसीं की चीज़ उत्थे प्रेजेंट कर सकते किहड़ी नहीं करनी किहड़ी एवरीथिंग सब कुछ प्लान सीगा एक तो चीज़ बहुत खुशी लगी कि पंजाब नूं भी इन्ना प्यार किया जा रहा थे। और सच्ची मुच्ची और जिहड़ी तुसीं धुन वजा रहे सी मिले सुर मेरा तुम्हारा और सच्ची वो सुर मिलिया पिया सी। हाँ जी हाँ जी सर। मैक्सीमम 78 आर्टिस्ट उत्थे जी चुने सारे ਜਿਹੜੇ ਗਾਇਕ ਨਹੀਂ ਸੀਗੇ ਵਾद्य ਯੰਤਰ ਨਾਲ ਸੰਬੰਧ ਰੱਖਦੇ ਸੀ ਸਾਜ਼ ਨਾਲ ਸੰਬੰਧ ਰੱਖਦੇ ਸੀ ਜਿਨ੍ਹਾਂ ਵਿੱਚ ਸਾਡੇ ਸਾਜ਼ ਦਿਲਰੂਬਾ ਤਾਰ ਸ਼ਨਾਈ ਸਰਸਵਤੀ ਵੀਣਾ ਔਰ ਕੁਝ ਇਦਾਂ ਦੇ ਇੰਸਟਰੂਮੈਂਟ ਸੀ ਜਿਹੜੇ ਅਸੀਂ ਆਪ ਖੁਦ ਪਹਿਲੀ ਵਾਰ ਦੇਖਣ ਨੂੰ ਮਿਲੇ ਬਹੁਤ ਪੁਰਾਣੇ ਸਾਜ਼। ਜੇ 78 ਜਿਹੜੇ ਸੰਗੀਤ ਨੂੰ ਪ੍ਰਣਾਏ ਹੋਏ ਕਲਾਕਾਰ ਸੀਗੇ ਉਹਨਾਂ ਦੇ ਵਿੱਚ ਤੁਹਾਡੀ ਵੀ ਉਹ ਹਾਜ਼ਰੀ ਸੀ। ਤੁਹਾਨੂੰ ਇਹ ਦੋਨਾਂ ਭਰਾਵਾਂ ਨੂੰ ਚੇਤਾ ਸੀਗਾ ਕਿ ਇਦਾਂ ਵੀ ਹੋ ਸਕਦੀ ਹੈ? ਨਹੀਂ ਬਿਲਕੁਲ ਨਹੀਂ ਸਰ ਇੱਦਾਂ ਤਾਂ ਬਿਲਕੁਲ ਨਹੀਂ ਕਦੀ ਸੋਚਿਆ ਸੀ। ਇੱਦਾਂ ਸਾਨੂੰ ਹੋਰ ਵੀ ਮੌਕੇ ਮਿਲੇ ਜਿਵੇਂ ਫਿਲਮਾਂ ਦੇ ਵਿੱਚ ਵਜਾਉਣ ਦਾ ਵੀ ਕੇਸਰੀ ਫਿਲਮ ਦੇ ਵਿੱਚ ਮੇਰਾ ਬੈਕਗਰਾਉਂਡ ਮਿਊਜ਼ਿਕ ਹੈ ਜੀ। ਅੱਛਾ। ਜੋੜੀ ਫਿਲਮ ਦੇ ਵਿੱਚ ਵੀ ਮੈਨੂੰ ਮੌਕਾ ਮਿਲਿਆ ਜੀ ਸਾਰੇ ਗਾਵਾਂ ਪਾ ਰਿਐਲਿਟੀ ਸ਼ੋਅ ਵਿੱਚ ਵੀ ਮੈਨੂੰ ਇੱਦਾਂ ਹੀ ਸੱਦਾ ਹੈ। ਇੱਦਾਂ ਹੀ ਇਹ ਸੰਗੀਤ ਨਾਟਕ ਅਕੈਡਮੀ ਦਾ ਧੰਨਵਾਦ ਹੈ ਕਿ ਉਹਨਾਂ ਨੇ ਸਾਨੂੰ ਦੋਨਾਂ ਨੂੰ ਯਾਦ ਕੀਤਾ। ਪੰਜਾਬ ਵਿੱਚੋਂ ਬੜੀ ਮਾਣ ਵਾਲੀ ਗੱਲ ਹੈ ਜੀ। ਸਾਡੀ ਪੱਤਰਕਾਰਤਾ ਦੀ ਦੁਨੀਆ ਦੇ ਇੱਕ ਨਾਮੀ ਹਸਤਾਖਰ ਆ ਰਵੀਸ਼ ਕੁਮਾਰ ਜੀ, ਉਹ ਵੀ ਤੁਹਾਨੂੰ ਬਹੁਤ ਮੁਹੱਬਤ ਕਰਦੇ ਪਿਆਰ ਕਰਦੇ। ਬਿਲਕੁਲ ਜੀ ਹੈ ਕਿ ਉਹ ਮੁਹੱਬਤ ਵੀ ਤੌਸ ਕਰਕੇ ਹੈ, ਕਲਾ ਕਰਕੇ ਹੈ। ਹਾਂਜੀ ਬਿਲਕੁਲ ਕਲਾ ਕਰਕੇ ਜੀ ਬਿਲਕੁਲ। ਸਾਨੂੰ ਘਾਟ ਮਹਿਸੂਸ ਹੋ ਰਹੀ ਹੈ ਕਿ ਤੰਤੀ ਸਾਜ਼ ਜਿਹੜੇ ਹੌਲੀ ਅਲੋਪ ਹੁੰਦੇ ਜਾ ਰਹੇ, ਜੋ ਨਵੇਂ ਸਾਜ਼ਾਂ ਦੀ ਬਹੁ ਗਿਣਤੀ ਵਧਦੀ ਜਾ ਰਹੀ। ਨਹੀਂ ਅਲੋਪ ਨਹੀਂ ਹੁਣ ਅੱਜ ਦੀ ਸਮਝ ਨਹੀਂ ਅਸੀਂ ਕਹਿ ਸਕਦੇ ਕਿ ਅਲੋਪ ਹੋ ਰਿਹਾ। ਅੱਜ ਤੇ ਬਹੁਤ ਵੱਡੀ ਤਾਦਾਦ ਵਿੱਚ ਸਾਡੇ ਕੋਲ ਆ ਰਹੇ ਕਿਉਂਕਿ ਮੇਰੇ ਕੋਲ ਕਾਫੀ ਵਿਦੇਸ਼ ਤੋਂ ਬਹੁਤ ਬੱਚੇ ਸਿੱਖ ਰਹੇ ਬਹੁਤ ਸਿੱਖ ਰਹੇ ਨੇ ਇੱਥੇ ਵੀ ਬਹੁਤ ਸਿੱਖ ਰਹੇ ਨੇ। ਸੰਗੀਤ ਦਾ ਸਾਡੇ ਨਾਲ ਨਾਤਾ ਅੱਜ ਦਾ ਨਹੀਂ ਅਜ਼ਲਾਂ ਤੋਂ ਚੱਲ ਰਿਹਾ ਹੈ। ਜਦੋਂ ਸਾਡੇ ਘਰਾਂ ਦੇ ਵਿੱਚ ਸੁਆਣੀਆਂ ਚਾਟੀ ਦੇ ਵਿੱਚ ਮਧਾਣੀਆਂ ਪਾਉਂਦੀਆਂ ਸੀ ਤਾਂ ਘਮ ਵੀ ਸੰਗੀਤ ਹੁੰਦਾ ਸੀ। ਸਾਡੇ ਹਾਲੀ ਪਾਲੀ ਜਦੋਂ ਬਲਦਾਂ ਨੂੰ ਖੇਤਾਂ ਵੱਲ ਤੋਰਦੇ ਸੀ ਤੇ ਉਹਨਾਂ ਦੇ ਗਲਾਂ ਦੇ ਵਿੱਚ ਖੜਕਦੀਆਂ ਟੱਲੀਆਂ ਦਾ ਸੰਗੀਤ ਵੀ ਸਾਨੂੰ ਬਹੁਤ ਵੱਡੇ ਸੁਨੇਹੇ ਦਿੰਦਾ ਸੀ। ਗੁਰੂ ਘਰਾਂ ਦੇ ਸਪੀਕਰਾਂ ਦੇ ਵਿੱਚੋਂ ਆਉਂਦੀ ਆਵਾਜ਼ ਸਾਨੂੰ ਜ਼ਿੰਦਗੀ ਦਾ ਸੁਨੇਹਾ ਦਿੰਦੀ ਸੀ, ਉਹ ਵੀ ਸੰਗੀਤ ਸੀ। ਤੇ ਜਦੋਂ ਪਹਾੜਾਂ ਦੀ ਹਿੱਕ ਦੇ ਵਿੱਚੋਂ ਕੋਈ ਝਰਨਾ ਵਗਦਾ ਹੈ ਤਾਂ ਉਹ ਵੀ ਸੰਗੀਤ ਹੁੰਦਾ ਹੈ। ਜਦੋਂ ਪੰਛੀ ਚਹਿਚਹਾਉਂਦੇ ਨੇ ਉਹ ਵੀ ਸੰਗੀਤ ਹੁੰਦਾ ਹੈ। ਜਦੋਂ ਹਵਾਵਾਂ ਪੱਤਿਆਂ ਦੇ ਵਿੱਚੋਂ ਦੀ ਸਰਕ ਕੇ ਗੁਜ਼ਰਦੀਆਂ ਨੇ ਤਾਂ ਉਹ ਵੀ ਸੰਗੀਤ ਹੁੰਦਾ ਹੈ। ਲਾਈਵ ਪੰਜਾਬੀ TV ਤੇ ਅੱਜ ਸੰਗੀਤ ਦੀਆਂ ਗੱਲਾਂ ਕਰਾਂਗੇ ਕਿਉਂਕਿ ਸਾਡੇ ਨਾਲ ਸੰਗੀਤ ਜਗਤ ਦੀਆਂ ਦੋ ਐਸੀਆਂ ਛੋਟੀ ਉਮਰ ਦੀਆਂ ਪਰ ਵੱਡੀਆਂ ਹਸਤੀਆਂ ਸਾਡੇ ਨਾਲ ਨੇ ਕਿ ਜਿਨ੍ਹਾਂ ਨੇ ਸੰਗੀਤ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਕੰਮ ਕੀਤਾ ਹੈ। ਔਰ ਇਸ ਵੱਡੇ ਕੰਮ ਨੂੰ ਯਾਦ ਕਰਦਿਆਂ ਗਾਹੇ ਬਗਾਹੇ ਸਰਕਾਰਾਂ ਵੀ ਮਾਣ ਤਾਣ ਦਿੰਦੀਆਂ ਨੇ। ਔਰ ਇਸ ਵੇਲੇ G20 ਪੂਰੇ ਵਿਸ਼ਵ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ। ਔਰ ਇਸ ਕਰਕੇ ਸਾਡੀਆਂ ਇਹ ਸੰਗੀਤਕ ਹਸਤੀਆਂ ਜਿਨ੍ਹਾਂ ਦੇ ਨਾਲ ਅੱਜ ਅਸੀਂ ਗੱਲਬਾਤ ਕਰਨੀ ਹੈ ਉਹ ਵੀ G20 ਦੇ ਵਿੱਚ ਅਜਿਹੀ ਹਾਜ਼ਰੀ ਲਗਵਾ ਕੇ ਆਈਆਂ ਨੇ ਕਿ ਜਿਨ੍ਹਾਂ ਨੇ ਸੰਗੀਤ ਦੇ ਤੌਰ ਤੇ ਇਹ ਦੱਸਿਆ ਕਿ ਸਾਡੀਆਂ ਹੱਦਾਂ ਸਰਹੱਦਾਂ ਤੋਂ ਪਾਰ ਅਮੀਰੀਆਂ ਵਜ਼ੀਰੀਆਂ ਤੋਂ ਪਾਰ ਇੱਕ ਵੱਖਰੀ ਹਸਤੀ ਹੈ। ਔਰ ਇਹ ਵੱਖਰੀ ਹਸਤੀ ਦੇ ਮਾਲਕ ਸਾਡੇ ਨਾਲ ਭਾਈ ਸਾਹਿਬ ਭਾਈ ਸੰਦੀਪ ਸਿੰਘ ਜੀ ਔਰ ਨਾਲ ਦੀ ਨਾਲ ਭਾਈ ਸਾਹਿਬ ਭਾਈ ਈਸ਼ਵਰ ਸਿੰਘ ਜੀ ਸਾਡੇ ਨਾਲ ਨੇ। ਇਹਨਾਂ ਨੇ G20 ਦੇ ਵਿੱਚ ਜਦੋਂ ਸਾਡੇ ਬਹੁਤ ਹੀ VIP ਪ੍ਰਾਹੁਣੇ ਆਏ ਸੀ ਤਾਂ ਉਸ ਵੇਲੇ ਉਹਨਾਂ ਨੇ ਇੱਕ ਐਸਾ ਸੁਰ ਬਖੇਰਿਆ ਕਿ ਸਾਰੇ ਜਗਤ ਨੂੰ ਇੱਕ ਸੁਰ ਦੇ ਵਿੱਚ ਪਿਰੋ ਕੇ ਰੱਖ ਦਿੱਤਾ। ਕਿਹੋ ਜਿਹਾ ਉਹ ਤਜਰਬਾ ਸੀ? ਸਭ ਤੋਂ ਪਹਿਲਾਂ ਲਾਈਵ ਪੰਜਾਬੀ ਤੇ ਚਰਨਜੀਤ ਜੋਗੀ ਦਾ ਤੁਹਾਡਾ ਬਹੁਤ ਧੰਨਵਾਦ ਕਰਨੇ ਕਿ ਸਾਨੂੰ ਤੁਸੀਂ ਆਪਣੇ ਚੈਨਲ ਤੇ ਅੱਜ ਆਪਣੀ ਗੱਲ ਦਾ ਮੌਕਾ ਦਿੱਤਾ। ਸ਼ੁਕਰੀਆ ਜੀ। ਮੇਰੇ ਤੋਂ ਈਸ਼ਰ ਜੀ ਵੱਲੋਂ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ। ਮਿਹਰਬਾਨੀ। ਔਰ ਸਭ ਤੋਂ ਪਹਿਲਾਂ ਅਸੀਂ ਧੰਨਵਾਦ ਕਰਾਂਗੇ ਸੰਗੀਤ ਨਾਟਕ ਅਕੈਡਮੀ ਦਿੱਲੀ ਦਾ ਜੀ
ਜਿਹਨਾਂ ਦੇ ਡਾਇਰੈਕਟਰ ਮੈਡਮ ਡਾਕਟਰ ਸੰਧਿਆ ਜੀ, ਉਹਨਾਂ ਨੇ ਸੈਕਟਰੀ ਰਾਜੂਦਾਸ ਜੀ, ਜਿਹਨਾਂ ਨੇ ਸਾਨੂੰ ਪੰਜਾਬ ਤੋਂ ਸਾਨੂੰ ਦੋਨਾਂ ਨੂੰ ਚੁਣਿਆ ਜੀ। ਤੇ ਪੰਜਾਬ ਤੋਂ ਵੀ ਚੁਣਿਆ, ਲੇਕਿਨ ਜਿਹੜਾ ਉਹਨਾਂ ਦਾ ਟਾਰਗੇਟ ਸੀ ਕਿ ਜਦੋਂ ਜਿੱਥੇ ਉਹਨਾਂ ਦਾ ਜਿੰਨੇ ਸਾਡੇ ਪ੍ਰਾਹੁਣੇ ਆਏ ਸੀ ਸਾਰੇ ਦੇਸ਼ ਵਿਦੇਸ਼ ਤੋਂ, ਜੀ ਉਹਨਾਂ ਦਾ ਜਿਹੜਾ ਡਿਨਰ ਸੀ ਉਹਦੇ ਵਿੱਚ ਕਿ ਮੈਕਸਿਮਮ 78 ਆਰਟਿਸਟ ਉੱਥੇ ਜੀ ਚੁਣੇ ਸਾਰੇ 78 ਸਾਰੇ ਸੰਗੀਤ ਜਗਤ ਦੀਆਂ ਪੂਰੇ ਬਣਾਈਆਂ ਸਾਡੇ ਹੋਈਆਂ ਹਿੰਦੁਸਤਾਨ ਤੋਂ 78 ਕਲਾਕਾਰ ਚੁਣੇ ਜਿਹੜੇ ਗਾਇਕ ਨਹੀਂ ਸੀਗੇ, ਵਾद्य ਯੰਤਰ ਨਾਲ ਸੰਬੰਧ ਰੱਖਦੇ ਸੀ, ਸਾਜ਼ ਨਾਲ ਸੰਬੰਧ ਰੱਖਦੇ ਸੀ। ਔਰ ਉਹਨਾਂ ਦੀ ਪਹਿਲੀ ਚੋਣ ਸੀਗੀ 33 ਸਾਜ਼ਾਂ ਦੇ, ਜਿਹੜੇ ਸਾਜ਼ ਸਾਡੇ ਖਤਮ ਹੋ ਚੁੱਕੇ ਨੇ, ਅਲੋਪ ਹੋ ਚੁੱਕੇ ਨੇ, ਜਿਨ੍ਹਾਂ ਵਿੱਚ ਸਾਡੇ ਸਾਜ਼ ਦਿਲਰੂਬਾ, ਤਾਰ ਸ਼ਨਾਈ, ਰੁਦਰ ਵੀਣਾ, ਸਰਸਵਤੀ ਵੀਣਾ ਔਰ ਕੁਛ ਇੱਦਾਂ ਦੇ ਇੰਸਟਰੂਮੈਂਟ ਸੀ ਜਿਹੜੇ ਅਸੀਂ ਆਪ ਖੁਦ ਪਹਿਲੀ ਵਾਰ ਦੇਖਣ ਨੂੰ ਮਿਲੇ, ਬਹੁਤ ਪੁਰਾਣੇ ਸਾਜ਼। ਤਾਂ ਉਹਨਾਂ ਦਾ ਮਕਸਦ ਸੀ ਕਿ ਸਾਰੇ ਸਾਜ਼ਾਂ ਨੂੰ ਇੱਕ ਸਟੇਜ ਦੇ ਉੱਪਰ ਲੈ ਕੇ ਆ ਕੇ ਸਾਰੇ ਕਲਾਕਾਰਾਂ ਨੂੰ ਅਤੇ ਉਹਨਾਂ ਦੇ ਮਹਿਮਾਨਾਂ ਦੇ ਭੋਜਨ ਵਿੱਚ ਅਸੀਂ ਇਹ ਪ੍ਰਸਤੁਤੀ ਆਪਣੀ ਅਤੇ ਪੇਸ਼ਕਾਰੀ ਦਈ ਅਸੀਂ ਆਪਣੀ। ਜੀ, ਕਿਉਂਕਿ ਇਹ ਉਹ ਸ਼ਖਸੀਅਤਾਂ ਨੇ ਕਿ ਜਿਨ੍ਹਾਂ ਨੇ ਪੰਜਾਬ ਦੇ ਵਿੱਚੋਂ 33 ਸਾਜ਼ਾਂ ਨੂੰ ਇੱਕ ਜਿੱਥੇ ਸਾਨੂੰ ਸੰਗੀਤ ਦੇ ਤੌਰ 'ਤੇ ਇੱਕ ਬਹੁਤ ਵੱਡਾ ਮਾਣ ਦਿਵਾਇਆ, ਇੱਕ ਸਾਡੇ ਪੰਜਾਬ ਦੀ ਨੁਮਾਇੰਦਗੀ ਕੀਤੀ ਹੈ ਉੱਥੇ। ਜੇ 78 ਜਿਹੜੇ ਉਹ ਸੰਗੀਤ ਨੂੰ ਪ੍ਰਣਾਏ ਹੋਏ ਕਲਾਕਾਰ ਸੀਗੇ, ਉਹਨਾਂ ਦੇ ਵਿੱਚ ਤੁਹਾਡੀ ਵੀ ਉਹ ਹਾਜ਼ਰੀ ਸੀ। ਈਸ਼ਰ ਸਿੰਘ ਜੀ, ਤੁਹਾਡਾ ਜਿਹੜਾ ਅਸੀਂ ਬਾਣਾ ਦੇਖ ਰਹੇ ਹਾਂ, ਭੈਣੀ ਸਾਹਿਬ ਵਾਲਿਆਂ ਦਾ ਇਹ ਬਾਣਾ, ਅਤੇ ਭੈਣੀ ਸਾਹਿਬ ਸੰਗੀਤ ਕੇਂਦਰ ਦਾ ਇੱਕ ਬਹੁਤ ਵੱਡਾ ਕੇਂਦਰ ਰਿਹਾ। ਕਹਿੰਦੇ ਕਿ ਉੱਥੋਂ ਬਹੁਤ ਵੱਡੇ ਵੱਡੇ ਸੰਗੀਤਕਾਰ ਪੈਦਾ ਹੋਏ ਆ। ਉਸ ਥਾਂ ਦੇ ਬਾਰੇ, ਉਸ ਜਗ੍ਹਾ ਦੇ ਬਾਰੇ ਔਰ ਉਸ ਥਾਂ ਤੋਂ ਤੁਸੀਂ ਜਿਹੜਾ ਇਹ ਸਿੱਖਿਆ ਲੈ ਕੇ ਇਸ ਵੱਡੇ ਮੁਕਾਮ 'ਤੇ ਪਹੁੰਚੇ ਹੋ, ਸਾਡੇ ਲਈ ਵੀ ਮਾਣ ਵਾਲੀ ਗੱਲ ਹੈ। ਤੁਹਾਨੂੰ ਕਿਵੇਂ ਮਹਿਸੂਸ ਹੁੰਦਾ ਹੈ? ਜੀ, ਮੈਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ। ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗਾ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ। ਉਹਨਾਂ ਨੇ ਸਾਨੂੰ ਇਸ ਵਿੱਦਿਆ ਨਾਲ ਜੋੜਿਆ ਜੀ, ਅਤੇ ਤਲਵੰਡੀ ਘਰਾਣਾ ਸੀਗਾ ਸਤਿਗੁਰੂ ਜੀ ਦਾ, ਅਤੇ ਉੱਥੋਂ ਸੰਗੀਤ ਸਾਨੂੰ ਸਤਿਗੁਰੂ ਜੀ ਨੇ ਵੱਡੇ ਉਸਤਾਦਾਂ ਤੋਂ ਸਿਖਵਾਇਆ ਜੀ, ਜਿਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਕਿਰਪਾਲ ਸਿੰਘ ਪਨੇਸਰ ਜੀ, ਉਸ ਤੋਂ ਬਾਅਦ ਡਾਕਟਰ ਵਰਿੰਦਰ ਕੁਮਾਰ ਜੀ, ਅਤੇ ਉਸਤਾਦ ਗੁਰਦੇਵ ਸਿੰਘ ਜੀ, ਅਤੇ ਹੁਣ ਡਾਕਟਰ ਐਨ ਰਾਜਮ ਜੀ ਵੱਡੇ ਉਸਤਾਦਾਂ ਤੋਂ ਸਿੱਖਿਆ ਜੀ। ਅਤੇ ਇਹਦੇ ਨਾਲ ਹੀ ਮਤਲਬ ਹਰ ਰੋਜ਼ ਉੱਥੇ ਗੁਰਬਾਣੀ ਕੀਰਤਨ ਸਵੇਰੇ 3 ਵਜੇ ਤੋਂ ਲੈ ਕੇ ਸ਼ੁਰੂ ਹੋ ਜਾਂਦਾ ਜੀ, ਅਤੇ ਦੁਪਹਿਰੇ 12 ਵਜੇ ਤੋਂ ਲੈ ਕੇ 3-4 ਵਜੇ ਤੱਕ ਫਿਰ ਡੇਲੀ 7-8 ਘੰਟੇ ਉੱਥੇ ਸੰਗੀਤ ਦਾ ਚੱਲਦਾ ਜੀ। ਜਿਵੇਂ ਉੱਥੇ ਇੱਕ ਕੀਰਤਨ ਕਰਨਾ ਔਰ ਇੱਕ ਇਹ ਵੱਖਰੇ ਕਿਸਮ ਦਾ ਇੱਕ ਤੁਹਾਡਾ ਤਜਰਬਾ ਜਿਹੜਾ ਉੱਥੇ G20 ਦੇ ਵਿੱਚ ਹੋਇਆ, ਉਸ ਤਜਰਬੇ ਨੂੰ ਭਾਈ ਸੰਦੀਪ ਸਿੰਘ ਜੀ ਤੁਸੀਂ ਕਿੱਦਾਂ ਦੇਖਦੇ ਹੋ? ਕਿਉਂਕਿ ਇੱਕ ਵੱਖਰਾ ਤਜਰਬਾ ਸੀ ਤੁਹਾਡਾ, ਕਿਉਂਕਿ ਜਦੋਂ 33 ਸਾਜ਼ਾਂ ਦੀ ਗੱਲ ਚੱਲਦੀ ਹੈ, ਸਭ ਤੋਂ ਪਹਿਲਾਂ ਜੇਕਰ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ 33 ਸਾਜ਼ਾਂ ਦੇ ਨਾਲ ਕੀਰਤਨ ਸ਼ੁਰੂ ਕਰਨ ਦੀ ਗੱਲ ਚੱਲਦੀ ਹੈ, ਉਦੋਂ ਵੀ ਭਾਈ ਸੰਦੀਪ ਸਿੰਘ ਹੁਣੀ ਮੋਹਰੇ ਹੋ ਕੇ ਸੇਵਾ ਕਰਦੇ ਆ। ਹਾਂਜੀ, ਉਹਦੇ ਲਈ ਜਿਹੜਾ ਸਭ ਤੋਂ ਵੱਡਾ ਇੱਕ ਜਿਹੜਾ ਧੰਨਵਾਦ ਕਹਿ ਸਕਦੇ ਆਪਾਂ ਕਿ ਭਾਈ ਨਿਰਮਲ ਸਿੰਘ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਜੀ, ਉਹ ਪਹਿਲੀ ਵਾਰ ਮੈਨੂੰ ਹਰਿਮੰਦਰ ਸਾਹਿਬ ਵਿੱਚ ਉਹਨਾਂ ਨੇ ਮੌਕਾ ਦਿੱਤਾ ਸੀਗਾ, ਜਦੋਂ ਸਰਦਾਰ ਅਵਤਾਰ ਸਿੰਘ ਮੱਕੜ ਜੀ ਪ੍ਰਧਾਨ ਬਣੇ ਨੇ ਜਦੋਂ ਸ਼੍ਰੋਮਣੀ ਕਮੇਟੀ ਦੇ, ਅਤੇ ਉਹਨਾਂ ਨੇ ਆਉਂਦੇ ਹੀ ਇਹ ਐਲਾਨ ਕੀਤਾ ਕਿ ਵੀ ਇੱਥੇ 33 ਸਾਜ਼ਾਂ ਨੂੰ ਵੱਧ ਤੋਂ ਵੱਧ ਮੌਕਾ ਦਿੱਤਾ ਜਾਵੇ। ਜਿੰਨੇ ਸਾਡੇ ਜਿਹੜੇ ਰਾਗੀ ਸਿੰਘ ਹਰਿਮੰਦਰ ਸਾਹਿਬ 'ਚ 33 ਸਾਜ਼ਾਂ ਨਾਲ ਪੁਰਾਣੇ ਕੀਰਤਨ ਕਰਦੇ ਰਹੇ ਜਾਂ ਜਿਹੜੇ ਕਰ ਸਕਦੇ ਨੇ, ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਵੱਧ ਤੋਂ ਵੱਧ ਮੌਕਾ ਦੇਣਾ ਚਾਹੀਦਾ ਸਾਨੂੰ। ਅਤੇ ਇਹਦੇ ਵਿੱਚ ਫਿਰ ਜਦੋਂ ਸਾਰੇ ਰਾਗੀ ਸਿੰਘ ਜਿਹੜੇ ਕਰ ਸਕਦੇ ਸੀ, ਜਿਹਨਾਂ 'ਚ ਭਾਈ ਨਿਰਮਲ ਸਿੰਘ ਖਾਲਸਾ ਜੀ ਹੋ ਗਏ, ਭਾਈ ਸਰਬਜੀਤ ਸਿੰਘ ਲਾਡੀ ਹੋ ਗਏ, ਹੋਰ ਅਮਰੀਤ ਸਿੰਘ ਜ਼ਖਮੀ ਜੀ, ਇਹ ਸਾਰੇ ਜਥਿਆਂ ਨੇ ਵੱਧ ਤੋਂ ਵੱਧ ਹਾਜ਼ਰੀ ਭਰੀ। ਅਤੇ 10 ਪਹਿਲੀ ਵਾਰ ਗਿਆ ਸੀ ਉੱਥੇ। ਇਸ ਤੋਂ ਪਹਿਲਾਂ ਡਾਕਟਰ ਗੁਰਨਾਮ ਸਿੰਘ ਜੀ ਔਰ ਪ੍ਰੋਫੈਸਰ ਕਰਤਾਰ ਸਿੰਘ ਜੀ ਇਹ ਹਾਜ਼ਰੀ ਭਰ ਚੁੱਕੇ ਸੀ। ਸ਼ੁਰੂਆਤ ਇਹਨਾਂ ਤੋਂ ਹੋਈ ਸੀ, ਕਿਉਂਕਿ ਸਭ ਤੋਂ ਪਹਿਲੇ ਦਿਨ ਜਿਹੜੀ ਹਾਜ਼ਰੀ ਸੀ ਪ੍ਰੋਫੈਸਰ ਕਰਤਾਰ ਸਿੰਘ ਜੀ ਸੀਗੀ, ਜਿਹੜੀ ਅਖਬਾਰ 'ਚ ਫਰੰਟ ਪੇਜ 'ਤੇ ਫੋਟੋ ਵੀ ਲੱਗੀ ਸੀ ਵੀ ਅੱਜ ਤੋਂ ਸ਼ਾਇਦ ਹਰਿਮੰਦਰ ਸਾਹਿਬ 'ਚ 33 ਸਾਜ਼ਾਂ ਨਾਲ ਹੀ ਸਾਨੂੰ ਦੁਬਾਰਾ ਨਜ਼ਰ ਆਉਣਗੇ ਸਾਨੂੰ। ਤੋ ਕੁਛ ਦਿਨਾਂ ਬਾਅਦ ਭਾਈ ਨਿਰਮਲ ਸਿੰਘ ਜੀ ਦੀ ਹਾਜ਼ਰੀ ਸੀ, ਤਾਂ ਮੈਨੂੰ ਉਹਨਾਂ ਨਾਲ ਹੀ ਮੌਕਾ ਮਿਲਿਆ ਸੀਗਾ। ਤੋ ਉਸ ਤੋਂ ਬਾਅਦ ਫਿਰ ਜਿੱਦਾਂ ਜ਼ਿਆਦਾ ਜ਼ਿਆਦਾ ਹਾਜ਼ਰੀ ਉਹਨਾਂ ਨੇ ਭਰੀ ਹੈ, ਫਿਰ ਕੁਛ ਜਥਿਆਂ ਨੇ ਸੁਣਿਆ ਅਤੇ ਉਹਨਾਂ ਨੇ ਫਿਰ ਮੈਨੂੰ ਬੁਲਾ ਕੇ ਕਾਫੀ ਹਾਜ਼ਰੀ ਨਾਲ ਭਰਵਾਈ ਉਹਨਾਂ ਦੀ। ਉਹ ਕਾਫੀ ਸਮਾਂ ਲਗਾਤਾਰ ਚੱਲਦਾ ਰਿਹਾ ਸੀ। ਹਾਲਾਂਕਿ ਮੇਰੀ ਉੱਥੇ ਕੋਈ ਨਿਯੁਕਤੀ ਨਹੀਂ ਸੀ, ਕੁਛ ਬਾਹਰੋਂ ਮਤਲਬ ਜਥਾ ਲੈ ਕੇ ਜਾਂਦੇ ਸੀ, ਤਾਂ ਅਸੀਂ ਮੈਂ ਨਾਲ ਸੇਵਾ ਕਰਦਾ ਰਿਹਾ ਉਹਨਾਂ ਦੇ ਨਾਲ। ਬਹੁਤ ਜ਼ਿਆਦਾ ਸਮਾਂ ਉਹ ਰਿਹਾ ਕਿ ਲਗਾਤਾਰ ਉੱਥੇ ਸੇਵਾ ਬਹੁਤ, ਜਿਵੇਂ ਤੁਸੀਂ ਦੱਸਦੇ ਹੋ ਕਿ ਲਗਾਤਾਰ ਸਮਾਂ ਉੱਥੇ ਕੀਰਤਨ ਕੀਤਾ ਤੁਸੀਂ। ਔਰ 33 ਸਾਜ਼ਾਂ ਦੀ ਜਿਵੇਂ ਤੁਸੀਂ ਪਹਿਲਾਂ ਹੀ ਗੱਲ ਕੀਤੀ ਸੀ ਕਿ ਸਾਡੇ ਪੰਜਾਬ ਦੇ ਵਿੱਚ ਕੀ ਪੂਰੇ ਆਪਣੇ ਹੁਣ ਸਾਨੂੰ ਘਾਟ ਮਹਿਸੂਸ ਹੋ ਰਹੀ ਹੈ ਕਿ 33 ਸਾਜ਼ ਜਿਹੜੇ ਹੌਲੀ ਅਲੋਪ ਹੁੰਦੇ ਜਾ ਰਹੇ, ਜੋ ਨਵੇਂ ਸਾਜ਼ਾਂ ਦੀ ਬਹੁ ਗਿਣਤੀ ਵੱਧਦੀ ਜਾ ਰਹੀ ਹੈ? ਨਹੀਂ, ਅਲੋਪ ਨਹੀਂ, ਹੁਣ ਅੱਜ ਦੀ ਸਮਝ ਨਹੀਂ ਅਸੀਂ ਕਹਿ ਸਕਦੇ ਕਿ ਅਲੋਪ ਹੋ ਰਿਹਾ। ਅੱਜ ਤਾਂ ਬਹੁਤ
ਵੱਡੀ ਤਾਦਾਦ ਵਿੱਚ ਸਾਡੇ ਕੋਲ ਆ ਰਹੇ, ਕਿਉਂਕਿ ਮੇਰੇ ਕੋਲ ਕਾਫੀ ਵਿਦੇਸ਼ ਤੋਂ ਬਹੁਤ ਬੱਚੇ ਸਿੱਖ ਰਹੇ ਬਹੁਤ ਸਿੱਖ ਰਹੇ ਨੇ, ਇੱਥੇ ਵੀ ਬਹੁਤ ਸਿੱਖ ਰਹੇ ਨੇ, ਆਪਣੇ ਘਰ ਵੀ ਸਿੱਖ ਰਹੇ ਨੇ। 1-2 ਅਕੈਡਮੀ ਜਿਹੜਾ ਜਲਦੀ ਟਕਸਾਲ ਵਿੱਚ ਬਹੁਤ ਵੱਡੇ ਪੱਧਰ 'ਤੇ ਕੰਮ ਹੋ ਰਿਹਾ ਉੱਥੇ। ਉਹਦਾ ਰੀਜ਼ਨ ਇਹੀ ਹੈ ਕਿ ਜਦੋਂ ਰੀਸੈਂਟਲੀ ਹੁਣੇ ਪਿੱਛੇ ਜੇ ਪ੍ਰਧਾਨ ਸਾਹਿਬ ਨੇ ਸਿੰਘ ਸਾਹਿਬ ਨੇ ਜਦੋਂ ਆਰਡਰ ਕੀਤਾ ਸੀ ਕਿ ਵੀ ਅਸੀਂ ਇੱਥੋਂ ਬਾਜੇ ਨੂੰ ਚੱਕ ਕੇ ਦੇਣਾ ਸੀ ਹਰਿਮੰਦਰ ਸਾਹਿਬ ਤੋਂ ਜੀ, ਹੋਈ ਸੀ ਇਹ ਵੀ ਗੱਲ। ਤੇ ਉਦੋਂ ਫਿਰ ਰਾਗੀ ਸਿੰਘਾਂ ਨੇ ਥੋੜਾ ਜਿਹਾ ਕੁਝ ਰਾਗੀ ਸਿੰਘ ਕਰ ਸਕਦੇ ਸੀ ਜਿਹੜੇ ਕੀਰਤਨ, ਉਹਨਾਂ ਨੇ ਕੀਤਾ ਵੀ। ਹਾਂਜੀ, ਉਹਨਾਂ ਨੇ ਕੋਸ਼ਿਸ਼ ਸ਼ੁਰੂ ਕਰ ਦਿੱਤੀ ਕਿ ਅਸੀਂ ਹੁਣ ਸਿੱਖਣਾ ਸ਼ੁਰੂ ਕਰ ਦਈਏ, ਅਸੀਂ ਵੀ ਹੋ ਸਕਦਾ ਕੱਲ੍ਹ ਨੂੰ ਸਾਨੂੰ ਜਿਹੜਾ ਉਹਨਾਂ ਦਾ ਆਰਡਰ ਆਇਆ ਸਾਨੂੰ ਸਹਿਣ ਕਰਨਾ ਪਏਗਾ, ਸਾਨੂੰ ਤਾਂ ਕੁਝ ਸਿੱਖਣਾ ਸ਼ੁਰੂ ਕਰਦੇ। ਕੁਝ ਨੇ ਨਹੀਂ ਕੀਤਾ ਸੀ, ਤਾਂ ਦੇਖਿਆ ਹੀ ਆ, ਕੁਝ ਰਾਗੀ ਸਿੰਘਾਂ ਨੇ ਵਿਰੋਧ ਵੀ ਕੀਤਾ ਸੀ ਇਸ ਚੀਜ਼ ਦਾ। ਅਸਲ 'ਚ ਸਿੰਘ ਸਾਹਿਬ ਦਾ ਮਕਸਦ ਇਹ ਨਹੀਂ ਸੀ ਕਿ ਵੀ ਬਾਜਾ ਕੋਈ ਬਹੁਤ ਬੁਰੀ ਚੀਜ਼ ਹੈ, ਇਹਨੂੰ ਚੱਕ ਕੇ ਬਾਹਰ ਕੱਢ ਦਿਓ, ਇਹਦਾ ਮਤਲਬ ਨਹੀਂ ਸੀ। ਉਹਨਾਂ ਦਾ ਮਤਲਬ ਸੀਗਾ ਵਿਦਵਾਨਤਾ। ਤੁਸੀਂ ਦੇਖੋ ਜਿੰਨੇ ਗਵਈਏ ਸਾਡੇ ਹਿੰਦੁਸਤਾਨ ਦੇ ਜਾਂ ਸਾਡੇ ਸੰਸਾਰ ਦੇ ਹੋਏ ਆ, ਵੱਡੇ ਗਵਈਏ ਜਿਨ੍ਹਾਂ ਦੇ ਅਜੇ ਚੱਕਰਵਰਤੀ ਜੀ ਹੋ ਗਏ ਨੇ, ਉਸਤਾਦ ਰਾਸ਼ਿਦ ਖਾਨ ਜੀ ਹੋ ਗਏ ਨੇ, ਸਾਰੇ ਇਹ ਕਦੀ ਬਾਜਾ ਯੂਜ਼ ਕਰਦੇ ਦੇਖੇ ਤੁਸੀਂ ਕਦੀ ਆਪਣੇ ਸਟੇਜ ਦੇ ਉੱਪਰ? 2-2 ਘੰਟੇ ਗਾਉਂਦੇ ਨੇ, ਬਿਨਾਂ ਹਾਰਮੋਨੀਅਮ ਤੋਂ ਗਾਉਂਦੇ ਨੇ। ਹਾਂ, ਸੰਗਤ ਲਈ ਕਦੀ ਨਾਲ ਉਹਨਾਂ ਦੇ ਹਾਰਮੋਨੀਅਮ ਜ਼ਰੂਰ ਵਰਤਿਆ ਜਾਂਦਾ, ਲੇਕਿਨ ਉਹ ਹਮੇਸ਼ਾ ਹੀ ਸਾਰਾ ਸਹਾਰਾ ਉਹਦਾ ਹਾਰਮੋਨੀਅਮ ਦਾ ਨਹੀਂ ਲੈਂਦੇ ਉਹ। ਤੋ ਜਦੋਂ ਹਰਿਮੰਦਰ ਸਾਹਿਬ ਇੰਨੀ ਵੱਡੀ ਸਾਡੇ ਸਿੱਖਾਂ ਦਾ ਇੰਨਾ ਵੱਡਾ ਗੜ੍ਹ ਹੈ ਇੱਕ, ਤੇ ਉੱਥੇ ਜੇ ਕੀਰਤਨ ਹੋਏਗਾ ਤੇ ਜ਼ਾਹਿਰ ਹੈ ਕਿ ਵੀ ਉੱਥੇ ਦੇ ਜਿਹੜੇ ਹਜ਼ੂਰੀ ਰਾਗੀ ਵੀ ਉਹ ਵੀ ਬਹੁਤ ਤਨੰਤਰ ਹੋਣੇ ਚਾਹੀਦੇ ਆ, ਵੀ ਬਹੁਤ ਸਿੱਖੇ ਹੋਏ ਹੋਣੇ ਚਾਹੀਦੇ ਆ। ਇਹ ਮਕਸਦ ਇਹ ਸੀਗਾ ਕਿ ਸਾਡੀ ਵੀ ਠੀਕ ਹੈ, ਚਲੋ ਅਸੀਂ ਇਸ ਚੀਜ਼ ਦੀ ਗੱਲ ਨਹੀਂ ਕਰਾਂਗੇ ਕਿ ਸਿੱਖ ਕੌਮ ਜਾਂ ਹਿੰਦੂ ਕੌਮ ਮੁਸਲਮਾਨ, ਹਰ ਇੱਕ ਸਿੱਖਾਂ ਵਿੱਚ, ਹਿੰਦੂਆਂ ਵਿੱਚ ਜਾਂ ਆਪਣੇ ਮੁਸਲਮਾਨਾਂ ਵਿੱਚ ਬਹੁਤ ਵੱਡੇ ਉਸਤਾਦ ਹੋਏ ਜਿਹਨੂੰ ਕੋ ਅਸੀਂ ਲੋਕ ਸਿੱਖਦੇ ਜਾ ਕੇ ਸੀ। ਸੰਗੀਤ ਦਾ ਕੋਈ ਧਰਮ, ਮਜ਼ਹਬ, ਜਾਤ, ਫਿਰਕਾ ਥੋੜ੍ਹਾ, ਹਾਂ, ਕੋਈ ਮਰਜ਼ੀ। ਤੇ ਇਸ ਲਈ ਕਿਤੇ ਨਾ ਕਿਤੇ ਸਿੱਖਾਂ ਨੂੰ ਵੀ ਹੋਣਾ ਚਾਹੀਦਾ ਨਾ ਕਿ ਸਾਡੇ ਵੀ ਤਾਂ ਸਾਡੀ ਸਿੱਖ ਕੌਮ ਦੇ ਵੀ ਤਾਂ ਕੋਈ ਉਸਤਾਦ ਵਧੀਆ ਵੱਡੇ ਉਸਤਾਦ ਲੈਵਲ 'ਤੇ ਹੋਣੇ ਚਾਹੀਦੇ ਨਾ। ਤੇ ਜੇ ਹੁਣ ਕੀਰਤਨ ਤਾਂ ਚਲੋ ਅਸੀਂ ਲਾਈਟ ਕੀਰਤਨ ਅਸੀਂ ਕਰ ਰਹੇ ਹਾਂ, ਅਸੀਂ ਬਹੁਤ ਵਧੀਆ ਗੱਲ ਆ, ਲੇਕਿਨ ਸਾਨੂੰ ਬਾਣੀ ਤਾਂ ਸਾਨੂੰ ਰਾਗਾਂ 'ਚ ਹੀ ਮਿਲੀ ਹੈ ਨਾ। ਸਾਨੂੰ ਗੁਰੂ ਗ੍ਰੰਥ ਸਾਹਿਬ ਤੇ ਇਹੀ ਸਾਨੂੰ ਸਿਖਾ ਰਹੇ ਨੇ ਕਿ ਰਾਗਾਂ 'ਚ ਕੀਰਤਨ ਕਰੋ। ਅਸੀਂ ਉਹਦੇ ਬਾਵਜੂਦ ਫਿਰ ਅਸੀਂ ਲਾਈਟ ਵਾਲੇ ਪਾਸੇ ਜਾਂਦੇ ਹਾਂ, ਤਾਂ ਫਿਰ ਥੋੜ੍ਹਾ ਜਿਹਾ ਕਿਤੇ ਨਾ ਕਿਤੇ ਲੱਗਦਾ ਕਿ ਉਹ ਫੈਸਲਾ ਬਿਲਕੁਲ ਸਹੀ ਸੀਗਾ। ਬਿਲਕੁਲ ਸਹੀ ਸੀ, ਮੈਂ ਬਿਲਕੁਲ ਹੱਕ ਵਿੱਚ ਉਹਨਾਂ ਦੇ ਫੈਸਲੇ ਦੇ। ਤੇ ਜਿਹੜੇ ਵਿਰੋਧ ਵਿੱਚ ਸੀਗੇ ਉਹਦਾ ਮਤਲਬ ਇਹ ਸੀ ਕਿ ਉਹਨਾਂ ਨੂੰ ਜਾਂ ਆਉਂਦਾ ਨਹੀਂ ਸੀ ਜਾਂ ਕਿਸੇ ਤਰੀਕੇ ਦੇ ਨਾਲ ਉਹ ਇਸ ਥੋੜਾ ਜਿਹਾ ਮਿਹਨਤ ਕਰਨ ਤੋਂ ਕਿਤੇ ਨਾ ਕਿਤੇ ਕੋਈ ਜੋ ਅਗਰ ਝਿਜਕ ਗਏ। ਸਾਨੂੰ ਦੇਖੋ, ਅਸੀਂ ਸੰਗੀਤ ਕੀ ਆ ਕਿ ਵੀ ਸੰਗੀਤ ਉੱਤਮ ਜਿਹਨੂੰ ਅਸੀਂ ਕਹਿੰਦੇ ਗਾਇਨ ਸਾਡਾ ਉੱਤਮ ਆ। ਅਸੀਂ ਕੋਈ ਵੀ ਜਦੋਂ ਸੰਗੀਤ ਸਿੱਖਦਾ ਆ, ਅਗਰ ਉਹ ਕੋਈ ਸਾਜ਼ ਵਜਾ ਰਿਹਾ, ਕੋਈ ਤਬਲਾ ਵਜਾ ਰਿਹਾ, ਜਾਂ ਜਿਹੜਾ ਗਾਇਕ ਹੈਗਾ, ਕਿਉਂਕਿ ਸੰਗੀਤ ਅੰਦਰ ਹੁੰਦਾ ਸਾਡੇ ਸੰਗੀਤ ਅੰਦਰ ਹੋਏਗਾ ਤਾਂ ਅਸੀਂ ਸਾਜ਼ ਦੇ ਉੱਪਰ ਵਜਾ ਸਕਾਂਗੇ, ਅਸੀਂ ਸੁਰ ਬਣਾਵਾਂਗੇ ਅਸੀਂ ਆਪਣਾ ਨਾ। ਹੁਣ ਸਰੰਗੀ ਦੇ ਵਿੱਚ ਕੋਈ ਸੁਰ ਨਹੀਂ ਹੁੰਦਾ, ਕੋਈ ਪੋਟਾ ਨਹੀਂ ਹੁੰਦਾ ਉਹਦੇ 'ਚ, ਕੋਈ ਜਿੱਦਾਂ ਸਾਡੇ ਤਾਊਸ ਹੋ ਗਿਆ ਜਾਂ ਦਿਲਰਬਾ 'ਚ ਇੱਕ ਫਰੈਟ ਲੱਗੇ ਹੁੰਦੇ ਨੇ, ਪੜਦੇ ਹੁੰਦੇ ਨੇ, ਨਿਸ਼ਾਨ ਹੁੰਦੇ ਕਿ ਸਾ ਰੇ ਗਾ ਮਾ ਹੁੰਦਾ। ਸਰੰਗੀ ਵਿੱਚ ਕੁਝ ਨਹੀਂ ਹੁੰਦਾ, ਨਾ ਵਾਇਲਨ 'ਚ ਹੁੰਦਾ। ਤੇ ਉਹਦੇ ਨਾਲ ਤੁਸੀਂ ਜਾ ਕੇ ਸੁਰ ਬਣਾਓਗੇ, ਤੁਸੀਂ ਆਪਣੀ ਮਨ ਨੂੰ ਅੰਦਰ ਤੋਂ ਸਾਡੇ ਸੰਗੀਤ ਹੋਏਗਾ ਤੁਹਾਡੇ, ਫੇਰ ਹੀ ਬਾਹਰ ਆਏਗਾ ਤੁਹਾਡੇ। ਹਾਂਜੀ, ਫਿਰ ਤੁਸੀਂ ਹੋਏਗਾ। ਤਾਂ ਕਿਤੇ ਨਾ ਕਿਤੇ ਸ਼ਾਇਦ ਉਹ ਮਿਹਨਤ ਕਰਨ ਦਾ ਕਿਤੇ ਨਾ ਕਿਤੇ ਜ਼ਰੀਆ ਹੈ ਵੀ ਮਿਹਨਤ ਨਾ ਕਰਨੀ ਪਵੇ ਸਾਨੂੰ, ਤੇ ਥੋੜ੍ਹਾ ਰਿਆਜ਼ ਕਰਨ ਦਾ ਮੁਸ਼ਕਿਲ ਲੱਗ ਰਿਹਾ ਮੈਨੂੰ। ਤਾਂ ਇਹੀ ਇੱਦਾਂ ਸਮਝ ਆਇਆ ਸੀ। ਬਾਕੀ ਉਹਨਾਂ ਦਾ ਆਪਣਾ ਫੈਸਲਾ ਸੀ, ਚਲੋ ਜੋ ਉਹਨਾਂ ਨੂੰ ਠੀਕ ਲੱਗੇ। ਕਿਉਂਕਿ ਮੈਂ ਤਾਂ ਇਹ ਕਹਿੰਦਾ ਕਿ ਜੇ ਗੁਰੂ ਦਾ ਆਪਾਂ ਹੁਕਮ ਮੈਨੂੰ ਲੱਗਦਾ ਮੰਨਣਾ ਚਾਹੀਦਾ। ਜੇ ਸਾਨੂੰ ਗੁਰੂ ਗ੍ਰੰਥ ਸਾਹਿਬ ਰਾਗਾਂ 'ਚ ਹੀ ਮਿਲਿਆ ਸਾਨੂੰ, ਤੇ ਅਸੀਂ ਫਿਰ ਕਿਉਂ ਨਹੀਂ ਅਸੀਂ। ਬਿਲਕੁਲ ਜੀ। ਔਰ ਨਾਲੇ ਸਭ ਤੋਂ ਵੱਡੀ ਗੱਲ ਹੈ ਕਿ ਇਹ ਸਾਡੇ ਜਿਹੜੇ ਸੰਗੀਤ ਜਗਤ ਦੇ ਇਹ ਸਿਤਾਰੇ ਨੇ, ਇਹਨਾਂ ਦੀਆਂ ਉਮਰਾਂ ਭਾਵੇਂ ਛੋਟੀਆਂ ਨੇ, ਪਰ ਇਹਨਾਂ ਦੀ ਸਾਧਨਾ ਜਿਹੜੀ ਹੈ ਉਹ ਬੜੀ ਵੱਡੀ ਹੈ। ਔਰ ਇਸੇ ਸਾਧਨਾ ਦੀ ਬਦੌਲਤ ਹੀ ਇਹ ਜਿੱਥੇ ਲੋਕ ਜਾਣ ਨੂੰ ਤਰਸਦੇ ਆ, ਕਿ ਜਿਨ੍ਹਾਂ ਥਾਵਾਂ ਦੇ ਉੱਪਰ ਜਾਣ ਨੂੰ ਲੋਕ ਦੌੜੇ ਫਿਰਦੇ ਆ, ਉਹਨਾਂ ਥਾਵਾਂ ਦੇ ਉੱਪਰੋਂ ਆਪ ਖੁਦ ਸੱਦੇ ਆਉਂਦੇ ਨੇ, ਚਾਹੇ ਉਹ ਸਾਡੇ ਅਧਿਆਤਮਿਕਤਾ ਦਾ ਕੇਂਦਰ ਹੋਵੇ ਤੇ ਜਾਂ ਫਿਰ ਸਾਡੀ ਸਿਆਸਤ ਦਾ ਕੇਂਦਰ ਹੋਵੇ। ਉੱਥੋਂ ਵਿਸ਼ਵ ਦੀ ਆਲਮੀ ਸਿਆਸਤ ਦਾ ਕੇਂਦਰ ਵੀ ਇਹਨਾਂ ਦੇ ਸਨਮੁਖ ਬੈਠਦਾ ਹੈ ਔਰ ਇਹਨਾਂ ਨੂੰ ਦੇਖਦਾ ਹੈ, ਸੁਣਦਾ ਹੈ। ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਸੰਗੀਤ ਜਿਹੜਾ ਹੈ ਇਹ ਤੁਹਾਨੂੰ ਉਹ ਚੀਜ਼ਾਂ ਦਿਵਾ ਦਿੰਦਾ ਹੈ ਕਿ ਜਿਹੜੀਆਂ ਕਦੇ ਅਸੀਂ ਆਸ ਉਮੀਦ ਵਿੱਚ ਨਹੀਂ ਰੱਖਦੇ, ਸਾਡੇ ਚਿੱਤਿਆਂ ਵਿੱਚ ਵੀ ਨਹੀਂ ਹੁੰਦੀਆਂ। ਤੁਹਾਨੂੰ ਇਹ ਦੋਨਾਂ ਭਰਾਵਾਂ ਨੂੰ ਚੇਤਾ ਸੀਗਾ ਕਿ ਇੱਦਾਂ ਵੀ ਹੋ ਸਕਦੀ ਹੈ? ਨਹੀਂ, ਬਿਲਕੁਲ ਨਹੀਂ ਸਰ, ਇੱਦਾਂ ਦਾ ਬਿਲਕੁਲ ਨਹੀਂ ਕਦੇ ਸੋਚਿਆ। ਹਾਂਜੀ, ਪਰ ਬਹੁਤ ਵਧੀਆ ਹੋਇਆ ਜੀ। ਪਰ ਹਾਂਜੀ, ਕਿਉਂਕਿ ਇੱਦਾਂ ਸਾਨੂੰ ਹੋਰ ਵੀ ਮੌਕੇ ਮਿਲੇ, ਜਿਵੇਂ ਫਿਲਮਾਂ ਦੇ ਵਿੱਚ ਵਜਾਉਣ ਦਾ ਵੀ। ਜਿਵੇਂ ਕੇਸਰੀ ਫਿਲਮ ਦੇ ਵਿੱਚ ਮੇਰਾ ਬੈਕਗਰਾਊਂਡ ਮਿਊਜ਼ਿਕ ਹੈ ਜੀ। ਅੱਛਾ। ਜੋੜੀ ਫਿਲਮ ਦੇ ਵਿੱਚ ਵੀ ਮੈਨੂੰ ਮੌਕਾ ਮਿਲਿਆ ਜੀ। ਸਾਰੇ ਗਾਵਾਂ ਪਾ ਰਿਐਲਿਟੀ ਸ਼ੋਅ ਵਿੱਚ ਵੀ ਇੱਦਾਂ ਹੀ ਸੱਦਾ ਹੈ। ਇੱਦਾਂ ਹੀ ਇਹ ਸੰਗੀਤ ਨਾਟਕ ਅਕੈਡਮੀ ਦਾ ਧੰਨਵਾਦ ਹੈ ਕਿ ਉਹਨਾਂ ਨੇ ਸਾਨੂੰ ਦੋਨਾਂ ਨੂੰ ਯਾਦ ਕੀਤਾ। ਪੰਜਾਬ ਵਿੱਚੋਂ ਬੜੀ ਮਾਣ ਵਾਲੀ ਗੱਲ ਹੈ ਜੀ ਸਾਡੇ ਲਈ। ਬਿਲਕੁਲ। ਤੇ ਸਾਡੇ ਸਾਜ਼ ਵੀ ਜਿਹੜੇ ਰੇਅਰ ਇੰਸਟਰੂਮੈਂਟਸ ਨੇ ਜੀ, ਇਹ ਮਤਲਬ ਬਹੁਤੇ ਵੇਖਣ ਨੂੰ ਨਹੀਂ ਮਿਲਦੇ। ਆਪਣੇ ਪੰਜਾਬ ਵਿੱਚ ਜ਼ਿਆਦਾ ਹੈਗੇ ਨੇ, ਪਰ ਬਾਹਰ ਕਿਤੇ ਜ਼ਿਆਦਾ ਵੇਖਣ ਨੂੰ ਨਹੀਂ ਮਿਲਦੇ ਜੀ। ਮੇਰਾ ਜਿਵੇਂ ਤਾਰ ਸ਼ਹਿਨਾਈ ਸਾਜ਼ ਹੋ ਗਿਆ ਜੀ, ਇਹਨਾਂ ਦਾ ਦਿਲਰੂਬਾ ਹੋ ਗਿਆ ਜੀ। ਜੀ ਜੀ ਜੀ। ਇੱਕ ਮੈਂ ਬੜੀ ਦਿਲਚਸਪ ਗੱਲ ਦੱਸਾਂਗਾ ਜੀ ਜ਼ਰੂਰ। ਅਸੀਂ ਜਿੱਦਾਂ ਮੈਂ ਪਹਿਲਾਂ ਵੀ ਸੰਗੀਤ ਨਾਟਕ ਅਕੈਡਮੀ ਨਾਲ ਜੁੜਿਆ ਹੋਇਆ, 2006 ਤੋਂ ਜੁੜਿਆ ਹੋਇਆ। ਇਹਨਾਂ ਦੇ ਪੈਨਲ ਆਰਟਿਸਟ, ਇਹਨਾਂ ਦੇ ਜਦੋਂ
ਦੁਰਲਭ ਜਿਹੜਾ ਸਾਡਾ ਜਿਹੜੀ ਕੈਟਾਗਰੀ ਆਉਂਦੀ ਦੁਰਲਭ ਵਾद्य ਯੰਤਰ 'ਚ ਉਹਨਾਂ ਨੇ ਸਾਡਾ ਨਾਮ ਲਿਖਿਆ ਕਿ ਜਿਹੜੇ ਸਾਜ਼ ਅਲੋਪ ਹੋ ਚੁੱਕੇ, ਜਿੱਦਾਂ ਆਪਾਂ ਕਹਿੰਦੇ ਕਿ ਵੀ ਅਲੋਪ ਤਾਂ ਨਹੀਂ ਹੋਏ, ਅਸੀਂ ਅਲੋਪ ਕਰ ਦਿੱਤੇ, ਅਸੀਂ ਇਹਨਾਂ ਤੋਂ ਪਿੱਛੇ ਹਟ ਗਏ ਕਿਉਂਕਿ ਸਤਾਰ ਜਿਹੜਾ ਕਾਫੀ ਫੇਮਸ ਆ, ਵਾਇਲਨ ਆਪਾਂ ਕਹਿੰਦੇ ਸਾਰਿਆਂ ਨੂੰ ਪਤਾ ਹੁੰਦਾ, ਗਿਟਾਰ ਸਾਰਿਆਂ ਨੂੰ ਪਤਾ ਹੁੰਦਾ, ਤਾਂ ਕੁਝ ਸਾਜ਼ ਜਿਹੜੇ ਉਹਨਾਂ ਨੂੰ ਦੁਰਲਭ ਕਹਿੰਦੇ ਜਿਹੜੇ ਘੱਟ ਨਜ਼ਰ ਆਉਂਦੇ ਆ, ਲੋਕਾਂ ਨੂੰ ਪਤਾ ਵੀ ਨਹੀਂ ਹੁੰਦਾ ਜਿਹਨਾਂ ਦਾ। ਅਤੇ ਉਹਦੇ ਤਹਿਤ ਸਾਨੂੰ ਬੁਲਾਇਆ ਗਿਆ, ਸਾਨੂੰ ਕਿ ਇਹਨਾਂ ਨੂੰ ਵੀ ਕਾਲ ਆਈ, ਮੈਨੂੰ ਵੀ ਕਾਲ ਆਈ ਅਤੇ ਵੀ ਤੁਸੀਂ ਇੱਥੇ ਪਹੁੰਚੋ, ਆਪਾਂ 10-11 ਦਿਨ ਸਾਡੇ ਲੱਗਣਗੇ ਤੁਹਾਡੇ ਇੱਥੇ, ਤੁਸੀਂ ਇੱਥੇ ਰਹੋ। ਸੋ ਅਸੀਂ ਪਹੁੰਚ ਕੇ ਉੱਥੇ ਸਾਡਾ ਨੋਰਮਲ ਰੂਟੀਨ 'ਚ ਰਿਆਜ਼ ਸ਼ੁਰੂ ਹੋ ਗਿਆ। ਸਾਨੂੰ ਸਾਰਿਆਂ ਨੂੰ ਗਰੁੱਪ ਵਾਈਜ਼ ਵੀ ਹੁੰਦਾ ਸੀਗਾ, ਜੋ ਪ੍ਰੈਕਟਿਸ ਹੁੰਦੀ ਸੀਗੀ, ਅਲੱਗ-ਅਲੱਗ ਵੀ ਸੀਗੇ, ਅਲੱਗ ਸੋਲੋ ਵੀ ਅਸੀਂ 5-5 ਮਿੰਟ ਵਜਾਇਆ ਸਾਰਿਆਂ ਨੇ। ਪੰਜਾਬ ਦਾ ਵੀ ਵਿਖਾਉਣ ਦਾ ਮੌਕਾ ਮਿਲਿਆ ਜੀ, ਪੰਜਾਬ ਦਾ ਸੰਗੀਤ ਤਾਂ ਇਹਦੇ 'ਚ ਮੈਂ ਉਹੀ ਦੱਸਣ ਜਾ ਰਿਹਾ ਸੀ ਕਿ ਦਿਲਚਸਪ ਗੱਲ ਇਹ ਸੀਗੀ ਕਿ ਜਦੋਂ ਸਾਡਾ ਇੱਕ 4-5 ਦਿਨ ਦਾ ਸੈਸ਼ਨ ਹੋ ਚੁੱਕਾ ਸੀਗਾ, ਤਾਂ ਸਾਨੂੰ ਜਿਹੜੇ ਜੋ ਮੈਡਮ ਡਾਇਰੈਕਟਰ ਨੇ SN ਅਕੈਡਮੀ ਦੇ ਡਾਕਟਰ ਸੰਧਿਆ ਜੀ ਨੇ ਮੈਨੂੰ ਬੁਲਾਇਆ ਅਤੇ ਉਹਨਾਂ ਨੇ ਕਿਹਾ ਕਿ ਵੀ ਪੰਜਾਬ ਦਾ ਹੋਣਾ ਬਹੁਤ ਜ਼ਰੂਰੀ ਹੈ। ਅੱਛਾ। ਅਤੇ ਉਹਨਾਂ ਨੇ ਬੜੀ ਦਿਲਚਸਪ ਗੱਲ ਕਹੀ ਕਿ ਵੀ ਮੈਂ ਉਹਨਾਂ ਨੂੰ ਦੱਸ ਰਿਹਾ ਸੀ ਕਿ ਅਸੀਂ ਜੋ ਸਿਲੈਕਟ ਕਰ ਰਹੇ ਸੀ ਕਿ ਵੀ ਇਹ ਹੋ ਸਕਦਾ ਹੈ, ਇਹ ਵਾਲਾ ਫੋਕ ਆ ਸਕਦਾ, ਕਿਉਂਕਿ ਇੱਥੇ ਗਾਇਨ ਨਹੀਂ ਸੀਗਾ। ਕੁਛ ਸਾਡੇ ਫੋਕਸ ਜਿਹੜੇ ਲੋਕ ਸੰਗੀਤ ਇੱਦਾਂ ਦੇ ਨੇ ਜਿਨ੍ਹਾਂ ਵਿੱਚ ਸ਼ਬਦ ਜ਼ਿਆਦਾ ਨਹੀਂ, ਉਹਨਾਂ ਦੀ ਜਿਹੜੀ ਟਿਊਨ ਘੱਟ ਆ, ਸਾਨੂੰ ਟਿਊਨ ਜ਼ਿਆਦਾ ਚਾਹੀਦੀ, ਸਾਨੂੰ ਜਿਹਦੇ ਜ਼ਿਆਦਾ ਮੈਕਸੀਮਮ ਸੁਰ ਹੋਣ ਤਾਂ ਕਿ ਉਹ ਦਿਲਚਸਪ ਲੱਗੇ ਸਾਨੂੰ। ਅਤੇ ਮੈਡਮ ਨੇ ਕਿਹਾ ਕਿ ਵੀ ਉਹਨੇ ਬੜੇ ਪਿਆਰ ਨਾਲ ਕਿਹਾ ਕਿ ਵੀ ਮੋਦੀ ਜੀ ਤੋਂ ਨਾਰਾਜ਼ ਹੋ ਜਾਏਂਗੇ ਫਿਰ ਜੇ ਪੰਜਾਬ ਨਾ ਡਾਲਾ ਤਾਂ ਇਸਮੇ ਤੋਂ। ਮੈਨੂੰ ਬੜਾ ਖੁਸ਼ੀ ਹੋਈ ਸੀ ਇਹਦੀ ਬੜੀ, ਕਿ ਓਬਵੀਅਸਲੀ ਸਾਨੂੰ ਪਤਾ ਸੀ ਕਿ ਜੋ ਵੀ ਉੱਥੇ ਅਸੀਂ ਪ੍ਰੈਜ਼ੈਂਟ ਕਰਨਾ PM ਆਫਿਸ ਤੋਂ PMO ਤੋਂ ਲੈ ਕੇ ਆ ਰਿਹਾ ਸੀਗਾ ਕਿ ਤੁਸੀਂ ਕੀ ਚੀਜ਼ ਉੱਥੇ ਪ੍ਰੈਜ਼ੈਂਟ ਕਰ ਸਕਦੇ, ਕਿਹੜੀ ਨਹੀਂ ਕਰਨੀ, ਕਿਹੜੀ ਐਵਰੀਥਿੰਗ ਸਭ ਕੁਛ ਪਲਾਨ ਸੀਗਾ ਇੱਕ। ਤਾਂ ਉਸ ਚੀਜ਼ ਬਹੁਤ ਖੁਸ਼ੀ ਲੱਗੀ ਕਿ ਪੰਜਾਬ ਨੂੰ ਵੀ ਇੰਨਾ ਪਿਆਰ ਕੀਤਾ ਜਾ ਰਿਹਾ। ਤੇ ਜੀ ਬਿਲਕੁਲ, ਔਰ ਕਿਉਂਕਿ ਇਹ ਵੱਡੀ ਗੱਲ ਹੈ ਕਿ ਜਦੋਂ ਸੰਗੀਤ ਦਾ ਐਡਾ ਵੱਡਾ ਇੱਕ ਇਕੱਠ ਹੋਵੇ ਔਰ ਇੱਕ ਸੁਰ ਦੇ ਵਿੱਚ ਤੁਸੀਂ ਸਾਰਿਆਂ ਨੇ ਸਾਹਮਣੇ ਆਉਣਾ, ਇਹ ਇੱਕ ਬਹੁਤ ਵੱਡੀ ਮਾਣ ਵਾਲੀ ਗੱਲ ਸੀਗੀ। ਇੱਕ ਮੋਤੀ ਔਰ ਸੱਚੀ ਮੁੱਚੀ ਉਹ ਜਿਹੜੀ ਤੁਸੀਂ ਧੁਨ ਵਜਾ ਰਹੇ ਸੀ, ਮਿਲੇ ਸੁਰ ਮੇਰਾ ਤੁਮਾਰਾ, ਔਰ ਸੱਚੀ ਉਹ ਸੁਰ ਮਿਲਿਆ ਪਿਆ ਸੀ। ਇਹ ਇੱਕ ਵਿਲੱਖਣ ਚੀਜ਼ ਸੀਗੀ, ਚੰਗੀ ਚੀਜ਼ ਸੀਗੀ। ਔਰ ਦੇਖੋ ਤੁਹਾਡੀ ਜਿਹੜੀ ਸਾਧਨਾ ਦੀ ਗੱਲ ਕਰਦੇ ਹਾਂ ਆਪਾਂ ਸੰਦੀਪ ਜੀ, ਤੁਹਾਡੇ ਨਾਲ ਤੇ ਬੜੇ ਪੁਰਾਣੀ ਸਾਂਝ ਆ, ਭਾਈ ਈਸ਼ਵਰ ਸਿੰਘ ਹੁਣਾਂ ਦੇ ਨਾਲ ਵੀ ਮੁਲਾਕਾਤ ਹੋ ਗਈ ਆ ਤੁਹਾਡੀ ਬਦੌਲਤ। ਇਹ ਕਿਉਂਕਿ ਨਿੱਕੀਆਂ ਉਮਰਾਂ ਤੁਹਾਡੀਆਂ, ਪਰ ਫਿਰ ਵੀ ਤੁਸੀਂ 3 ਦਹਾਕੇ ਦਿੱਤੇ ਆ ਸੰਗੀਤ ਨੂੰ। 3 ਦਹਾਕਿਆਂ ਦੇ ਵਿੱਚ ਬਹੁਤ ਕੁਝ ਦੇਖਿਆ, ਇਸ ਛੋਟੀ ਜਿਹੀ ਉਮਰ ਦੇ ਵਿੱਚ ਵੱਡਾ ਮਾਣ ਮਿਲ ਜਾਣਾ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵਿਲੱਖਣਤਾ ਹੀ ਹੈ। ਬਿਲਕੁਲ, ਇਹਦੇ ਲਈ ਆਪਣੇ ਸਾਡੇ ਉਸਤਾਦਾਂ ਦਾ, ਮੇਰੇ ਪਿਤਾ ਜੀ ਸਰ ਜੋ ਮੇਰੇ ਪਹਿਲੇ ਉਸਤਾਦ ਸੀਗੇ ਜੀ, ਉਹਨਾਂ ਦਾ ਅਤੇ ਮੇਰੇ ਸ਼ੁਰੂਆਤ ਹੁੰਦੀ ਹੈ 1995 ਤੋਂ। ਸਾਡੇ ਘਰ ਵਿੱਚ ਕੀਰਤਨ ਚੱਲਦਾ ਸੀ, ਮੇਰੇ ਦਾਦਾ ਜੀ ਕੀਰਤਨ ਕਰਦੇ ਸੀ, ਮੇਰੇ ਪਿਤਾ ਜੀ ਸਕੂਲ ਟੀਚਰ ਸੀਗੇ। ਉਹਨਾਂ ਦੇ ਮੇਰੇ ਚਾਚਾ ਜੀ ਵੀ ਸਾਰੇ ਅੱਜ ਅਮਰੀਕਾ ਨੇ, ਲੇਕਿਨ ਕੀਰਤਨ ਆਪਣੇ ਬਿਜ਼ਨਸ ਕਰਦੇ ਨੇ, ਪਰ ਕੀਰਤਨ ਨਾਲ ਫਿਰ ਵੀ ਜੁੜੇ ਹੋਏ ਨੇ। ਕਿਉਂਕਿ ਮੇਰੇ ਦਾਦਾ ਜੀ ਦਾ ਇੱਕ ਸੀ ਵੀ ਇੱਕ ਉਹਨਾਂ ਦਾ ਹਮੇਸ਼ਾ ਕਹਿੰਦੇ ਸੀ ਵੀ ਕੀਰਤਨ ਨਾਲ ਜ਼ਰੂਰ ਜੁੜੇ ਰਹੋ, ਚਾਹੇ ਆਪਣਾ ਜੋ ਵੀ ਆਪਣਾ ਕਾਰੋਬਾਰ ਕਰਿਓ ਤੁਸੀਂ, ਲੇਕਿਨ ਕੀਰਤਨ ਜ਼ਰੂਰ ਛੱਡਿਓ ਨਾ, ਕੀਰਤਨ ਘਰ 'ਚ ਖਤਮ ਨਹੀਂ ਹੋਣਾ ਚਾਹੀਦਾ। ਮੇਰੇ ਪਿਤਾ ਜੀ ਨੂੰ ਇਹ ਗੱਲ ਲੱਗੀ ਸੀ ਕਿ ਵੀ ਮੈਂ ਅੱਜ ਸਕੂਲ ਟੀਚਰ ਹਾਂ, ਮੇਰਾ ਜਿਹੜਾ ਸੰਗੀਤ ਆ ਮੇਰੇ ਲਈ ਇੱਕ ਸ਼ੌਂਕ ਆ, ਸਕੂਲ ਤੋਂ ਆ ਕੇ ਮੈਂ ਰਿਆਜ਼ ਕਰ ਲੂੰਗਾ ਤਾਂ ਠੀਕ ਹੈ, ਨਹੀਂ ਤਾਂ ਕੋਈ ਗੱਲ ਨਹੀਂ, ਜੋ ਮੇਰੀ ਨੌਕਰੀ ਹੈਗੀ, ਮੇਰਾ ਤਾਂ ਕਿੱਤਾ ਹੋਰ ਆ ਕੋਈ ਵੀ। ਇਹਦਾ ਮਤਲਬ ਵੀ ਕੱਲ੍ਹ ਨੂੰ ਮੇਰੇ ਘਰ ਵਿੱਚ ਤਾਂ ਸੰਗੀਤ ਖਤਮ ਹੋ ਜਾਏਗਾ, ਕਿਉਂਕਿ ਮੇਰੇ ਬੱਚੇ ਅੱਗੇ ਮੇਰੇ ਲਈ ਤਾਂ ਸ਼ੌਂਕ ਰਹਿ ਗਿਆ ਸੀ, ਉਹਨਾਂ ਲਈ ਸ਼ੌਂਕ ਵੀ ਖਤਮ ਹੋ ਜਾਏਗਾ। ਤਾਂ ਕਿਉਂ ਨਾ ਆਪਾਂ ਇਹਨਾਂ ਨੂੰ ਹੁਣੇ ਹੀ ਇਹ ਇੱਦਾਂ ਦੀ ਸੰਗੀਤ 'ਚ ਇਹਨਾਂ ਨੂੰ ਹੁਣੇ ਹੀ ਪਾ ਦਈਏ ਕਿ ਜਿਹੜੇ ਇੱਥੋਂ ਇਹ ਬਾਹਰ ਨਿਕਲ ਨਾ ਸਕਣ, ਕਿਸੇ ਇਹਨਾਂ ਨੂੰ ਹੋਰ ਕੋਈ ਦੇਸੀ ਨਜ਼ਰ ਨਾ ਆਵੇ ਕੁਛ। ਤਾਂ ਉਹਨਾਂ ਨੇ ਫਿਰ ਦਿਲਰਬਾ ਸਾਜ਼ ਚੂਜ਼ ਕੀਤਾ ਸੀ ਪਹਿਲੀ ਵਾਰ। ਦੂਰਦਰਸ਼ਨ ਦੇ ਭਾਈ ਚਤਰ ਸਿੰਘ ਜੀ ਹੁੰਦੇ ਸੀਗੇ, ਉਹਨਾਂ ਨੂੰ ਵਜਾਉਂਦੇ ਦੇਖਿਆ ਸੀ, ਅਤੇ ਉਹਨਾਂ ਨੇ ਫਿਰ ਤੋਂ ਆਈਡੀਆ ਲੈ ਕੇ ਵੀ ਇਹ ਸਾਜ਼ ਆਪਾਂ ਜ਼ਰੂਰ ਸਿਖਾਵਾਂਗੇ। ਤਾਂ ਮੇਰੇ ਪਿਤਾ ਜੀ ਫਿਰ ਮੈਨੂੰ ਉਹਨਾਂ ਕੋਲ ਲੈ ਕੇ ਗਏ ਫਸਟ ਟਾਈਮ, ਅਤੇ ਉਹ ਬਿਮਾਰ ਚੱਲ ਰਹੇ ਸੀ ਕਿਉਂਕਿ ਕਾਫੀ ਉਹਨਾਂ ਦੀ ਉਮਰ ਜ਼ਿਆਦਾ ਹੋਣ ਕਰਕੇ, ਅਤੇ ਚਲੋ ਉਹਨਾਂ ਨਾਲ ਨਹੀਂ ਬਣ ਪਾਇਆ, ਅਤੇ ਉਹਨਾਂ ਦੀ ਫਿਰ ਜਲਦੀ ਉਹ ਡੈਥ ਹੋ ਗਈ ਸੀ ਉਹਨਾਂ ਦੀ ਜਲਦੀ। ਫਿਰ ਉਸਤਾਦ ਸ਼ਿਵਿੰਦਰਪਾਲ ਸਿੰਘ ਜੀ ਕੋਲ ਮੈਂ 1 ਸਾਲ ਤੱਕ ਤਾਲੀਮ ਲਈ ਉਹਨਾਂ ਕੋਲੋਂ। ਉਸ ਤੋਂ ਬਾਅਦ ਫਿਰ ਮੇਰੀ ਤਾਲੀਮ ਜੋ ਹੋਈ ਆ ਪੰਡਿਤ ਮਨੂ ਕੁਮਾਰ ਸਿੰਘ ਜੀ, ਜੋ ਕਿ ਆਲ ਇੰਡੀਆ ਰੇਡੀਓ ਦੇ A ਗ੍ਰੇਡ ਟੌਪ ਗ੍ਰੇਡ ਆਰਟਿਸਟ ਨੇ, ਜੋ ਕਿ ਤਾਂ ਪਿਛਲੇ 5 ਸਾਲ ਤੋਂ ਮੈਂ ਉਸਤਾਦ ਦਿਲਸ਼ਾਦ ਖਾਨ ਜੀ ਮੁੰਬਈ ਤੋਂ, ਉਹਨਾਂ ਕੋਲ ਮੈਂ ਤਾਲੀਮ ਲੈ ਰਿਹਾ ਹੁਣ ਉਹਨਾਂ ਕੋਲ। ਵਾਹ। ਅਤੇ ਤੁਸੀਂ ਭਾਈ ਈਸ਼ਵਰ ਸਿੰਘ ਜੀ, ਕਿਉਂਕਿ ਇਹ ਵੀ ਚੀਜ਼ਾਂ ਜਿਹੜੀਆਂ, ਕਿਉਂਕਿ ਤੁਸੀਂ ਤਾਂ ਵੈਸੇ ਰਹਿੰਦੇ ਹੋ ਸੰਗੀਤ ਦੀ ਨਗਰੀ ਦੇ ਵਿੱਚ ਔਰ ਸੰਗੀਤ ਦੇ ਵਗਦੇ ਹੋਏ ਦਰਿਆ ਦੇ ਵਿੱਚ, ਤੁਸੀਂ ਤਾਂ ਜਿੰਨੀਆਂ ਮਰਜ਼ੀ ਚੁੰਝਾਂ ਭਰ ਕੇ ਮੋਤੀ ਚੁਗ ਲਓ, ਹੈ ਨਾ ਜੀ। ਅਤੇ ਤੁਹਾਨੂੰ ਇਹ ਕਦੇ ਵੀ ਜ਼ਿੰਦਗੀ ਦੇ ਵਿੱਚ ਕਦੇ ਇਲਮ, ਕੋਈ ਸੁਪਨਾ, ਕੋਈ ਖ਼ਾਬ ਕਿ ਇਸ ਤਰ੍ਹਾਂ ਦਾ ਵੀ ਕੋਈ ਮੁਕਾਮ ਆ ਸਕਦਾ ਹੈ ਕਿ ਜਦੋਂ ਪੂਰੀ ਦੁਨੀਆ ਸਾਨੂੰ ਦੇਖੂਗੀ? ਹਾਂਜੀ, ਮੈਂ ਗੱਲ ਕਰੂੰਗਾ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਤੋਂ ਹੀ। ਉਹਨਾਂ ਦਾ ਸੁਪਨਾ ਇਹੀ ਸੀਗਾ ਕਿ ਵੀ ਸਾਡੇ ਨਾਮਧਾਰੀ ਜਿੰਨੇ ਵੀ ਬੱਚੇ, ਉਹਨਾਂ ਤੋਂ ਸ਼ੁਰੂ ਤੋਂ ਸੰਗੀਤ ਦੀ ਖੁਸ਼ਬੂ ਹੋਣੀ ਚਾਹੀਦੀ। ਇਸ ਕਰਕੇ ਹੀ ਸਤਿਗੁਰੂ ਜੀ ਬੜੇ ਵੱਡੇ ਪ੍ਰੋਗਰਾਮ ਔਰਗਨਾਈਜ਼ ਕਰਦੇ ਰਹੇ ਆ। ਮੁੰਬਈ ਹੋਇਆ, ਔਰੰਗਾਬਾਦ ਹੋਇਆ ਜੀ, ਦਿੱਲੀ ਹੋਇਆ, ਐਵੇਂ ਭੈਣੀ ਸਾਹਿਬ ਹੁਣ ਹਰ ਸਾਲ ਹੁੰਦਾ ਹੀ ਹੁੰਦਾ ਜੀ ਵੱਡਾ ਪ੍ਰੋਗਰਾਮ, ਜਿਹਦੇ ਵਿੱਚ ਬੜੇ ਵੱਡੇ ਆਰਟਿਸਟ ਬੁਲਾਏ ਜਾਂਦੇ, ਨਾਮੀ ਆਰਟਿਸਟ, ਜਿਨ੍ਹਾਂ ਵਿੱਚ ਉਸਤਾਦ ਸ਼ਾਹਿਦ ਪਰਵੇਜ਼ ਜੀ, ਕੌਸ਼ਕੀ ਚੱਕਰਵਰਤੀ ਜੀ, ਅਜੇ ਚੱਕਰਵਰਤੀ ਜੀ, ਇਹ ਸਾਰੇ ਆਉਂਦੇ ਹੀ ਰਹਿੰਦੇ ਨੇ ਜੀ, ਜ਼ਾਕਿਰ ਹੁਸੈਨ ਜੀ ਉਸਤਾਦ ਜੀ।
ਤੇ ਇਦਾਂ ਹੀ ਸਾਡੇ ਤੇ ਵੀ ਸਤਿਗੁਰੂ ਜੀ ਨੇ ਇਦਾਂ ਹੀ ਕਿਰਪਾ ਕੀਤੀ। ਜਿਹੜਾ ਕੋਈ ਕੁਝ ਵੀ ਸਿੱਖਣਾ ਚਾਹੁੰਦਾ, ਅਲੱਗ-ਅਲੱਗ ਭਾਰਤੀ ਜਿਹੜੇ ਸਾਰੇ ਸਾਜ਼ ਸੰਭਾਲ ਕੇ ਰੱਖੇ ਪੁਰਾਤਨ ਰੀਤਾਂ ਜੀ, ਜਿਨ੍ਹਾਂ ਦੇ ਵਿੱਚ ਧਰੂਪਤ ਮਾਰ ਦੀਆਂ ਸ਼ੈਲੀਆਂ ਜਿਹੜੀਆਂ ਅਲੋਪ ਹੁੰਦੀਆਂ ਜਾ ਰਹੀਆਂ, ਉਹ ਵੀ ਸੰਭਾਲ ਕੇ ਰੱਖੀਆਂ ਜੀ। ਉਹ ਵੀ ਸਾਨੂੰ ਸਤਿਗੁਰੂ ਜੀ ਨੇ ਸਿਖਾਈਆਂ। ਉਸ ਤੋਂ ਇਲਾਵਾ ਸਤਿਗੁਰੂ ਜੀ ਨੇ ਇੰਨੀ ਕਿਰਪਾ ਕੀਤੀ, ਜਿਵੇਂ ਸਾਰੇ ਮਤਲਬ ਨਾਰਮਲ ਤਾਲਾਂ ਵਿੱਚ ਗਾਉਂਦੇ। ਸਤਿਗੁਰੂ ਜੀ ਨੇ ਪੌਣ ਸਵਾਈਆਂ ਦੇ ਵਿੱਚ ਵੀ ਕਿਰਪਾ ਕੀਤੀ ਜੀ। ਅੱਛਾ। ਜਿਵੇਂ ਪੌਣੇ 8 ਹੋ ਗਈ ਜੀ, 11:15 ਹੋ ਗਈ, 13 6 7/8, ਜਿਹੜੀਆਂ ਕਿ ਗਿਣਨੀਆਂ ਵੀ ਮੁਸ਼ਕਲ ਹੁੰਦੀਆਂ ਜੀ। ਮਤਲਬ ਸਾਨੂੰ ਅਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਾਂ ਜੀ ਕਿ ਵੀ ਅਸੀਂ ਉੱਥੇ ਰਹਿੰਦੇ ਹਾਂ ਅਤੇ ਸੰਗੀਤ ਅਸੀਂ ਉੱਥੋਂ ਪ੍ਰਾਪਤ ਕੀਤਾ ਜੀ। ਬਿਲਕੁਲ ਜੀ। ਔਰ ਇਹ ਸੰਗੀਤਕ ਹਸਤੀਆਂ ਉਹ ਕਿ ਜਿਨ੍ਹਾਂ ਦੇ ਨਾਲ ਜਿੰਨੀ ਮਰਜ਼ੀ ਲੰਮੀ ਗੱਲਬਾਤ ਕਰੀ ਜਾਈ ਤੇ ਉਹ ਮੁੱਕਦੀ ਨਹੀਂ, ਕਿਉਂਕਿ ਸੰਗੀਤ ਕਦੇ ਮੁੱਕਦਾ ਥੋੜ੍ਹਾ, ਕਦੇ ਖਤਮ ਥੋੜ੍ਹਾ ਹੁੰਦਾ ਨਾ। ਸੰਗੀਤ ਕਦੇ ਸੌਂਦਾ, ਹਮੇਸ਼ਾ ਚੱਲਦਾ ਰਹਿੰਦਾ। ਤੇ ਜਾਂਦੇ ਜਾਂਦੇ ਆਪਾਂ ਭਾਈ ਸੰਦੀਪ ਸਿੰਘ ਜੀ ਗੱਲ ਉਹ ਵੀ ਕਰ ਲਈਏ। ਸਾਡੀ ਪੱਤਰਕਾਰਤਾ ਦੀ ਦੁਨੀਆ ਦੇ ਇੱਕ ਨਾਮੀ ਹਸਤਾਖਰ ਆ ਰਵੀਸ਼ ਕੁਮਾਰ ਜੀ, ਉਹ ਵੀ ਤੁਹਾਨੂੰ ਬਹੁਤ ਮੁਹੱਬਤ ਕਰਦੇ, ਪਿਆਰ ਕਰਦੇ। ਬਿਲਕੁਲ ਜੀ। ਹੈ ਕਿ ਉਹ ਮੁਹੱਬਤ ਵੀ ਤੌਸ ਕਰਕੇ ਹੈ, ਕਲਾ ਕਰਕੇ ਹੈ। ਹਾਂਜੀ ਬਿਲਕੁਲ, ਕਲਾ ਕਰਕੇ ਜੀ। ਬਿਲਕੁਲ। ਅਸੀਂ ਇੱਕ ਗੁਰਦੁਆਰਾ ਸਾਹਿਬ ਵਿੱਚ ਆਨੰਦ ਕਾਰਜ ਕਰਵਾਉਣ ਗਏ ਸੀ ਦਿੱਲੀ ਦੇ ਗ੍ਰੇਟਰ ਕੈਲਾਸ਼ ਗੁਰਦੁਆਰਾ ਸਾਹਿਬ ਵਿੱਚ। ਅਤੇ ਜਿਸ ਲੜਕੀ ਦਾ ਆਨੰਦ ਕਾਰਜ ਹੋ ਰਿਹਾ ਸੀਗਾ, ਉਹ NDTV ਵਿੱਚ ਐਮਪਲੋਈ ਐਜ਼ ਏ ਕੰਮ ਕਰ ਰਹੀ ਸੀ। ਤੋ ਓਬਵੀਅਸਲੀ ਸਾਰਾ ਸਟਾਫ ਜਿਹੜਾ ਉਹਨਾਂ ਦਾ ਕੁਲੀਗ ਵਗੈਰਾ ਉੱਥੇ। ਤੋ ਅਸੀਂ ਜਦੋਂ ਰਵੀ ਜੀ ਅੰਦਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਦੋਂ ਆਏ, ਅਤੇ ਉਹਨਾਂ ਨੇ, ਮੈਂ ਸਾਜ਼ ਵਜਾ ਰਿਹਾ ਸੀਗਾ, ਅਤੇ ਉਹਨਾਂ ਨੇ ਬਾਅਦ ਵਿੱਚ ਪੁੱਛਿਆ ਕਿ ਇਹ ਸਾਜ਼ ਕਿਹੜਾ ਹੈ। ਮੈਂ ਤਾਂ ਕਦੀ ਆਪਣੀ ਜ਼ਿੰਦਗੀ ਦੇਖਿਆ ਨਹੀਂ ਕਦੀ ਮੈਂ। ਅਤੇ ਮੈਂ ਥੋੜ੍ਹਾ ਫਿਰ ਦੱਸਿਆ ਸਾਜ਼ ਬਾਰੇ, ਤਾਊਸ ਦੇ ਬਾਰੇ ਗੱਲ ਕੀਤੀ ਸੀ ਉਦੋਂ, ਕਿ ਤਾਊਸ ਜਿਹੜਾ ਵੀ ਸਾਡੇ ਠੀਕ ਹੈ ਸਾਜ਼ ਸਾਡੇ ਦੇਖੋ, ਜਦੋਂ ਸਾਡੇ ਸਿੱਖਾਂ ਵਿੱਚ ਵੀ ਗੱਲ ਕਰਦੇ ਹਾਂ ਅਸੀਂ, ਭਗਵਾਨ ਕ੍ਰਿਸ਼ਨ ਜੀ ਵੀ ਜਦੋਂ ਆਏ, ਜਦੋਂ ਉਹ ਸੰਗੀਤ ਨਾਲ ਉਹਨਾਂ ਦਾ ਇੱਕ ਬਾਂਸਰੀ ਨਾਲ ਉਹਨਾਂ ਦਾ ਇੱਕ ਤਾਲੁਕ ਰਿਹਾ ਆ। ਭੋਲੇ ਸ਼ੰਕਰ ਜੀ ਨਾਲ ਉਹਨਾਂ ਦਾ ਮਰਦੰਗਮ, ਉਹਨਾਂ ਦੀ ਜੋ ਹਿੱਸੇ ਮਰਦੰਗਮ ਦਾ ਆਇਆ, ਆਪਣੇ ਨ੍ਰਿਤ ਦਾ ਉਹਨਾਂ ਦੇ ਹਿੱਸੇ ਆਇਆ, ਉਹਨਾਂ ਦੀ ਢੱਡ ਵੀ ਆ ਟੰਗੀ ਹੋਈ। ਹਾਂਜੀ। ਅਤੇ ਸਾਰੇ ਇਹਦਾ ਸਾਰੇ ਜਿੰਨੇ ਕਿ ਪੀਰ ਪੈਗੰਬਰ ਆਏ, ਸਾਰਿਆਂ ਦਾ ਸੰਗੀਤ ਨਾਲ ਜ਼ਰੂਰ ਨਾਤਾ ਰਿਹਾ। ਅਤੇ ਗੁਰੂ ਨਾਨਕ ਸਾਹਿਬ ਨੇ ਤਾਂ ਰਬਾਬਦਾਰ ਰਿਹਾ ਸੀਗਾ। ਤਾਂ ਇੱਦਾਂ ਹੀ ਸਾਡੇ ਆਉਂਦੇ ਹੁੰਦੇ 6ਵੇਂ ਪਾਤਸ਼ਾਹ ਦੇ ਨਾਲ ਆਇਆ, ਤਾਊਸ ਦਾ ਜ਼ਿਕਰ ਆਇਆ। ਹੋ ਸਕਦਾ ਤਾਊਸ ਉਹਨਾਂ ਤੋਂ ਪਹਿਲਾਂ ਤਾਂ ਵੀ ਹੋਵੇ ਸਾਜ਼, ਲੇਕਿਨ ਕੁਛ ਜ਼ਿਕਰ ਇਹ ਵੀ ਆਉਂਦਾ, ਕੁਛ ਵਿਦਵਾਨਾਂ ਦਾ ਕਹਿਣਾ ਕਿ ਉਹਨਾਂ ਦਾ ਆਪਣਾ ਬਣਾਇਆ ਹੋਇਆ, ਕੁਛ ਵਿਦਵਾਨਾਂ ਦਾ ਕਹਿਣਾ ਕਿ ਉਹਨਾਂ ਦਾ ਨਹੀਂ ਬਣਾਇਆ, ਲੇਕਿਨ ਉਹਨਾਂ ਨੇ ਇਹਨੂੰ ਵਰਤਿਆ ਆਪਣੇ ਕੀਰਤਨ ਵਿੱਚ, ਕਿਉਂਕਿ ਸਾਜ਼ ਆ ਨਾ, ਸੰਗੀਤ ਆ। ਹੁਣ ਜੇ ਆਪਾਂ ਕਹੀਏ ਵੀ ਕਿਸੇ ਨੇ ਗਾਇਆ, ਅਤੇ ਤੂੰ ਜਿਹੜਾ ਗਾਇਨ ਸ਼ੈਲੀ ਤਾਂ ਬੜੀ ਪੁਰਾਣੀ, ਕਿੰਨੇ ਹਜ਼ਾਰਾਂ ਸਾਲਾਂ ਤੋਂ ਚੱਲਦੀ ਆ ਰਹੀ ਹੈ। ਜੇ ਕੋਈ ਉਹਨਾਂ ਨੂੰ ਅੱਗੇ ਗਾ ਰਿਹਾ ਉਸ ਚੀਜ਼ ਨੂੰ, ਤਾਂ ਫਿਰ ਉਹਨਾਂ ਦਾ ਨਹੀਂ ਹੋਏਗਾ, ਲੇਕਿਨ ਪਰ ਉਹਨਾਂ ਨੇ ਉਸ ਚੀਜ਼ ਨੂੰ ਵਰਤਿਆ ਆਪਣੇ ਵਿੱਚ। ਤਾਂ ਆਪਾਂ ਦੋਨੋਂ ਚੀਜ਼ਾਂ ਨੂੰ ਲੈ ਕੇ ਚੱਲਾਂਗੇ ਕਿ ਜੇ ਉਹਨਾਂ ਨੇ ਬਣਾਇਆ ਵੀ ਹੋਏਗਾ, ਲੇਕਿਨ ਉਹਨੇ ਵਰਤਿਆ ਜ਼ਰੂਰ ਸਾਜ਼ ਵਾਲਾ। ਅਤੇ ਮੈਂ ਉਹਨੂੰ ਇਹ ਜ਼ਿਕਰ ਕੀਤਾ ਕਿ ਇੱਦਾਂ ਕਰਕੇ ਸਾਡੇ ਸਿੱਖਾਂ 'ਚ ਕਦੇ, ਮੈਂ ਬੜਾ ਹੈਰਾਨ ਹਾਂ ਕਿ ਵੀ ਮੈਂ ਇੰਨਾ ਵੱਡਾ ਪੱਤਰਕਾਰ, ਮੈਨੂੰ ਇਹ ਚੀਜ਼ਾਂ ਬਾਰੇ ਪਤਾ ਹੀ ਨਹੀਂ, ਇਹਨਾਂ ਚੀਜ਼ਾਂ ਬਾਰੇ ਮੈਂ ਇਹ ਸੰਗੀਤ ਬਾਰੇ ਇੰਨਾ ਨੌਲੇਜ ਨਹੀਂ ਹੈ। ਪਰ ਮੈਂ ਕਹਿੰਦੇ ਬਹੁਤ ਖੁਸ਼ ਹੋਇਆ ਅਤੇ ਜਾਣ ਕੇ ਮੈਨੂੰ ਖੁਸ਼ੀ ਹੋਈ ਕਿ ਮੈਨੂੰ ਨਵੀਂ ਚੀਜ਼ ਸਿੱਖਣ ਨੂੰ ਮਿਲੀ ਕਿ ਜ਼ਿੰਦਗੀ ਵਿੱਚ। ਤਾਂ ਮੈਨੂੰ ਉਹਨਾਂ ਨੇ ਕਿਹਾ ਕਿ ਰਾਈਟ ਵੀ ਮੈਂ ਤੁਹਾਡੇ 'ਤੇ ਆਰਟੀਕਲ ਲਿਖੂੰਗਾ ਅੱਜ ਹੀ ਤੁਹਾਡੇ 'ਤੇ, ਅਤੇ ਇਸ ਬਾਰੇ ਮੈਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਦੱਸਣਾ ਚਾਹੂੰਗਾ। ਅਤੇ ਉਹ ਪਹਿਲਾਂ ਸੀ ਮਤਲਬ ਜਦੋਂ ਉਹਨਾਂ ਨੇ ਕੀਤਾ, ਲੋਕਡਾਊਨ ਜਦੋਂ ਹੋਇਆ, ਅਤੇ ਕਾਫੀ ਚੈਨਲਸ ਵਗੈਰਾ ਨੇ ਸਾਨੂੰ ਫਿਰ ਜਾਂ ਫੋਰਨ ਤੋਂ ਵੀ ਉਦੋਂ ਕਹਿੰਦੇ ਸੀਗੇ ਕਿ ਜਿਹੜੇ ਕਲਾਕਾਰ ਘਰ ਬੈਠੇ ਨੇ, ਚਲੋ ਥੋੜ੍ਹਾ ਜਿਹਾ ਤੁਸੀਂ ਆਪਣਾ ਪ੍ਰੋਗਰਾਮ ਪੇਸ਼ ਕਰੋ ਕਿ ਸਾਡੇ ਆਡੀਅנס ਸੁਣ ਸਕੇ, ਕਿਉਂਕਿ ਉਸ ਟਾਈਮ ਤੁਹਾਨੂੰ ਪਤਾ ਘਰੋਂ ਨਿਕਲਣਾ ਬੰਦ ਹੋ ਗਿਆ ਸੀਗਾ, ਆਪਣਾ ਕੋਈ ਵੀ ਜਾ ਰਹੇ ਸੀਗੇ। ਅਤੇ ਇੱਕ ਵਿਰਾਸਤ ਫਾਊਂਡੇਸ਼ਨ ਪੇਜ ਹੈਗਾ, ਪੰਜਾਬੀ ਵਿਰਾਸਤ USA, ਤਾਂ ਪੇਜ ਦੇ ਉੱਪਰ ਅਸੀਂ ਮੈਂ ਇੱਕ ਪ੍ਰੋਗਰਾਮ ਕੀਤਾ ਸੀਗਾ। ਅਤੇ ਉਹ 2-3 ਦਿਨ ਬਾਅਦ ਜਿੱਦਾਂ ਉਹ ਫੇਸਬੁੱਕ 'ਤੇ ਚੱਲਦਾ ਹੈ, ਅਤੇ ਉਹ ਰਵੀਸ਼ ਜੀ ਕਿਤੇ ਸਵੇਰੇ ਉਹਨਾਂ ਨੇ ਦੇਖਿਆ ਹੋਣਾ, ਕਿਤੇ ਉਹਨਾਂ ਨੇ ਦੇਖਿਆ ਹੋਣਾ, ਫਿਰ ਉਹਨਾਂ ਨੇ ਰਾਈਟ ਵੀ ਸ਼ੇਅਰ ਕੀਤਾ, ਔਰ ਉਹਨਾਂ ਨੇ ਨਾਮ ਲਿਖਿਆ ਸਾਡੇ ਦੋਨਾਂ, ਮੇਰੇ ਨਾਲ ਤਬਲਾਵਾਦਕ ਸੀ ਕੁਲਜੀਤ ਸਿੰਘ ਬੰਟੀ ਜੀ, ਕਿ ਇਹ ਦੋਨਾਂ ਨੂੰ ਸੁਣੋ ਤੁਸੀਂ, ਮੇਰੇ ਜਿੰਨੇ ਵੀ ਸਰੋਤੇ ਹੈਗੇ ਸੁਣੋ ਇਹਨਾਂ ਨੂੰ। ਕਿੰਨਾ ਆਨੰਦ ਆ ਰਿਹਾ, ਕਿ ਇੰਨਾ ਆਨੰਦ ਆ ਰਿਹਾ ਕਿ ਮੈਂ ਦੱਸ ਨਹੀਂ ਸਕਦਾ ਵੀ ਇਹ ਵਿਰਾਸਤ ਆ ਸਾਡੀ। ਦੇਖੋ ਇਹਨੂੰ ਜੀ, ਜਿਵੇਂ ਵਿਰਾਸਤ ਦੀ ਆਪਾਂ ਗੱਲ ਕੀਤੀ, ਆਖਰੀ ਸਵਾਲ ਦੋਨਾਂ ਵਾਸਤੇ। ਹਾਂਜੀ। ਇਸ ਅਮੀਰ ਵਿਰਾਸਤ ਨੂੰ ਆਪਾਂ ਅੱਗੇ ਵੀ ਦੇ ਕੇ ਜਾਣਾ। ਹਾਂਜੀ। ਕਿਉਂਕਿ ਇਹ ਇੱਥੇ ਰੁਕ ਨਹੀਂ ਜਾਣੀ, ਇਹ ਅੱਗੇ ਵੀ ਵਧਣੀ ਚਾਹੀਦੀ ਹੈ। ਹਾਂਜੀ। ਲਾਜ਼ਮੀ ਹੈ। ਹਾਂਜੀ ਹਾਂਜੀ। ਇਸ ਨੂੰ ਅੱਗੇ ਵਧਾਉਣ ਦੇ ਲਈ ਦੋਨੋਂ ਭਾਈ ਸਾਹਿਬ ਕੀ ਕਰ ਰਹੇ ਆ? ਉਹਦੇ ਲਈ ਇਹ ਕਿ ਅਸੀਂ ਜਿਹੜੇ ਚੰਗੇ ਅੱਛੇ ਸ਼ਾਗਿਰਦ ਹੁਣ ਕਿਤੋਂ ਭਾਵ ਹੈ ਕਿ ਵੀ ਬਹੁਤ ਸ਼ਾਗਿਰਦ ਆਉਂਦੇ ਨੇ, 1 ਮਹੀਨੇ ਵਾਸਤੇ ਆਉਂਦੇ ਨੇ, ਜਦੋਂ ਸ਼ੌਂਕ ਹੁੰਦਾ, ਜਦੋਂ ਲੱਗਦਾ ਕਿ ਵੀ ਨਹੀਂ ਹੋ ਪਾਉਣਾ ਸਾਡੇ ਕੋਲ, ਫਿਰ ਉਹ ਕਿਤੇ ਨਾ ਕਿਤੇ ਛੱਡ ਕੇ ਚਲੇ ਜਾਂਦੇ ਨੇ। ਕੁਝ ਸ਼ਾਗਿਰਦ ਹੈਗੇ ਨੇ ਮੇਰੇ ਕੋਲ 3 ਤੋਂ 4 ਸ਼ਾਗਿਰਦ ਇੱਦਾਂ ਨੇ ਜਿਹੜੇ ਬੜੇ ਅੱਛੇ ਨੇ, ਉਹ ਕੰਮ ਵੀ ਕਰ ਰਹੇ ਨੇ ਆਪਣੇ ਫੀਲਡ ਵਿੱਚ। ਤੋ ਇਹ ਨੇ ਉਹ ਚੰਗੇ ਸ਼ਾਗਿਰਦ ਮਿਲਣਾ ਬੜੀ ਵੱਡੀ ਗੱਲ ਆ। ਲੇਕਿਨ ਪਰ ਅਸੀਂ ਫਿਰ ਵੀ ਅਗਰ ਕੋਈ ਆਇਆ ਤਾਂ ਅਸੀਂ ਉਹਨੂੰ ਖਾਲੀ ਹੱਥ ਵਾਪਸ ਨਹੀਂ ਭੇਜਦੇ, ਅਸੀਂ ਉਹਨੂੰ ਜ਼ਰੂਰ ਸਿਖਾ ਰਹੇ ਸੀ ਉਹਨਾਂ ਨੂੰ। ਸਾਡੇ ਆਪਣੇ ਬੱਚਿਆਂ ਨੂੰ ਅਸੀਂ ਖੁਦ ਸਿਖਾ ਰਹੇ ਹਾਂ ਕਿ ਬੱਚਿਆਂ ਨੂੰ ਐਟਲੀਸਟ ਸਾਡੇ ਘਰ ਵਿੱਚ ਤਾਂ ਆਪਾਂ ਖੀਰ ਘਰ ਰੱਖੀਏ ਨਾ ਆਪਣੇ। ਬਿਲਕੁਲ। ਅਤੇ ਪਰ ਇਹ 'ਚ ਕੋਈ ਕਿਸੇ ਨਾਲ ਫਰਕ ਨਹੀਂ ਹੈਗਾ, ਜਿਹੜਾ ਵੀ ਆਇਆ ਉਹਨੂੰ ਉਹ ਪ੍ਰਵਾਨ ਆ, ਉਹਨੂੰ ਅਸੀਂ ਉਹਨੂੰ ਕੁਛ ਦੇ ਕੇ ਤੋਰਦੇ ਹਾਂ। ਅਸੀਂ ਇੱਥੋਂ ਘਰ ਤੋਂ ਖਾਲੀ ਨਹੀਂ ਵਾਪਸ ਕਰਦੇ, ਕਿਉਂਕਿ ਠੀਕ ਹੈ ਉਹਨਾਂ ਦਾ ਇੱਕ ਹਰ ਇੱਕ ਦੀ ਕਦੀ ਕਿਸੇ ਦੀ ਮਜਬੂਰੀ ਵੀ ਹੋ ਜਾਂਦੀ ਹੈ, ਕੋਈ ਦੂਰ ਬੈਠਾ, ਕੋਈ ਅੱਜ ਕੱਲ੍ਹ ਚਲੋ ਇਲੈਕਟ੍ਰੋਨਿਕ ਮੀਡੀਆ ਦਾ ਬਹੁਤ ਯੋਗਦਾਨ ਹੈ ਕਿ ਅਸੀਂ ਜਿਹੜੇ ਫੋਰਨ ਤੋਂ ਸਿੱਖ ਰਹੇ ਨੇ, ਜਿਹੜੇ
ਉਹ ਤੇ ਇਲੈਕਟ੍ਰੋਨਿਕ ਮੀਡੀਆ ਹੀ ਉਹਨਾਂ ਨੂੰ ਮਤਲਬ ਕਿ ਹੈਲਪ ਕਰ ਰਿਹਾ ਸਿੱਖਣ ਵਿੱਚ ਆਨਲਾਈਨ ਜੋ ਵੀ ਹੈ ਸੀ। ਤੇ ਜਿਹੜੇ ਇੱਥੇ ਚੱਲ ਕੇ ਆਉਂਦੇ ਨੇ ਅਸੀਂ ਉਹਨੂੰ ਸਿਖਾ ਰਹੇ ਅਸੀਂ ਉਹਨਾਂ ਨੂੰ ਵੱਧ ਤੋਂ ਵੱਧ, ਤੇ ਈਸ਼ਰ ਜੀ ਵੀ ਸਿਖਾ ਰਹੇ ਨੇ ਬਹੁਤ ਕਾਫੀ ਇਹਨਾਂ ਕੋਲ। ਮੈਂ ਵੀ ਬੜੀ ਕੋਸ਼ਿਸ਼ ਕਰਦਾ, ਜਿਹੜਾ ਵੀ ਆਉਂਦਾ ਆਪਾਂ ਉਹਨੂੰ ਸਿਖਾਉਣ ਦੀ ਪੂਰੀ ਕੋਸ਼ਿਸ਼ ਕਰੀਦੀ ਨਾ। ਇਹੀ ਕੋਸ਼ਿਸ਼ ਹੁੰਦੀ ਕਿ ਕਿਸੇ ਨੂੰ ਨਾ ਕੀਤੀ ਜਾਵੇ। ਪਰ ਇਹਦੇ ਵਿੱਚ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਣੀ ਚਾਹਾਂ। ਮੈਂ ਪਹਿਲਾਂ ਜੌਬ ਕਰਦਾ ਸੀਗਾ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਵਿੱਚ ਜੀ। ਤੇ ਹੁਣ ਵਾਲੇ ਸਤਿਗੁਰੂ ਜੀ ਸਤਿਗੁਰੂ ਦੇ ਸਿੰਘ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਹੁਕਮ ਕੀਤਾ ਕਿ ਵੀ ਜੌਬ ਨਹੀਂ ਕਰਨੀ। ਉਹਦੇ ਪਿੱਛੇ ਮਕਸਦ ਇਹੀ ਸੀਗਾ ਕਿ ਆਪਾਂ ਬੱਚਿਆਂ ਨੂੰ ਵੱਧ ਤੋਂ ਵੱਧ ਸੰਗੀਤ ਸਿਖਾਇਆ ਜਾਵੇ। ਉਹਦੇ ਲਈ ਮੈਨੂੰ ਮੰਡੀ ਭੇਜਦੇ ਰਹੇ ਜੀ, ਹਿਮਾਚਲ। ਉੱਥੋਂ ਦੇ ਬੱਚਿਆਂ ਨੂੰ ਮੈਂ 1.5 ਸਾਲ ਮਿਊਜ਼ਿਕ ਸਿਖਾਇਆ ਜੀ। ਫਿਰ ਉਸ ਤੋਂ ਬਾਅਦ ਦਿੱਲੀ ਭੇਜਿਆ ਜੀ। ਹੁਣ ਸਰਸੇ ਹਰਿਆਣੇ ਜਾਈਦਾ ਜੀ ਸਿਖਾਉਣ ਵਾਸਤੇ। ਸਿਰਫ ਉਹ ਸਾਰਾ ਕੁਝ ਇਸੇ ਕਰਕੇ ਹੈ ਕਿ ਵੀ ਬੱਚੇ ਅੱਗੇ ਪ੍ਰਮੋਟ ਹੋ ਸਕਣ। ਸਾਨੂੰ ਵੀ ਸਤਿਗੁਰੂ ਨੇ ਸਿਖਾਇਆ, ਹੋਰ ਵੀ ਬੱਚਿਆਂ ਨੂੰ ਭੇਜਿਆ ਜੀ ਜਿਨ੍ਹਾਂ ਵਿੱਚ ਪ੍ਰਭ ਹੋ ਗਈ ਜੀ, ਅਜਪਾਲ ਸਿੰਘ ਜੀ, ਉਹਨਾਂ ਨੂੰ ਵੱਡੇ ਉਸਤਾਦਾਂ ਕੋਲ ਭੇਜਿਆ। ਗਿਆਨ ਸਿੰਘ ਹੋ ਗਏ, ਉਹਨਾਂ ਨੂੰ ਵੱਡੇ ਉਸਤਾਦਾਂ ਕੋਲ ਭੇਜਿਆ। ਇੱਦਾਂ ਹੋਰ ਵੀ ਬੜੇ ਸਾਰੇ ਆਰਟਿਸਟ ਨੇ ਜਿਨ੍ਹਾਂ ਨੂੰ ਸਤਿਗੁਰੂ ਜੀ ਬੜਾ ਪ੍ਰਮੋਟ ਕਰ ਰਹੇ ਸੰਗੀਤ ਨੂੰ। ਬਿਲਕੁਲ ਜੀ। ਔਰ ਇਹ ਜੋਤ ਦੇ ਨਾਲ ਜੋਤ ਜਗਦੀ ਰਹਿਣੀ ਚਾਹੀਦੀ ਹੈ ਔਰ ਸੰਗੀਤ ਧਾਰਾ ਹਮੇਸ਼ਾ ਵਗਦੀ ਰਹਿਣੀ ਚਾਹੀਦੀ ਹੈ। ਔਰ ਬੜਾ ਚੰਗਾ ਲੱਗਾ, ਕੁਝ ਮੇਰੇ ਵੀ ਅੰਦਰ ਕੁਝ ਚੱਲਦਾ ਰਿਹਾ, ਕਿਤੇ ਤਾਊਸ ਦੀਆਂ ਤਾਰਾਂ ਛਿੜਦੀਆਂ ਰਹੀਆਂ, ਸਰੰਗੀਆਂ ਵੱਜਦੀਆਂ ਰਹੀਆਂ ਔਰ ਸ਼ਹਿਨਾਈਆਂ ਵੱਜਦੀਆਂ ਰਹੀਆਂ। ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਬਹੁਤ ਚੰਗਾ ਲੱਗਾ। ਅੱਜ ਦਾ ਦਿਨ ਜਿਹੜਾ ਸਫਲਾ ਹੋਇਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ, ਤੁਹਾਡਾ ਦੋਨਾਂ ਦਾ ਬਹੁਤ ਬਹੁਤ ਸ਼ੁਕਰੀਆ। ਔਰ ਇਸ ਸਾਡੇ ਨਾਲ ਭਾਈ ਸੰਦੀਪ ਸਿੰਘ ਜੀ ਔਰ ਭਾਈ ਈਸ਼ਰ ਸਿੰਘ ਜੀ, ਛੋਟੀ ਉਮਰ ਦੇ ਵਿੱਚ ਵੱਡੀਆਂ ਮੱਲਾਂ ਮਾਰਨ ਵਾਲੇ, ਸਾਡੇ ਪੰਜਾਬ ਦਾ ਨਾਮ ਰੋਸ਼ਨ ਕਰਨ ਵਾਲੇ, ਸਾਡੇ ਪੰਜਾਬ ਦੇ ਉਹ ਸੰਗੀਤਕਾਰ ਕਿ ਜਿਨ੍ਹਾਂ ਦੇ ਜ਼ਰੀਏ ਅਸੀਂ ਇਹ ਸੁਨੇਹਾ ਦੇ ਸਕਦੇ ਹਾਂ ਕਿ ਸੰਗੀਤ ਸਾਡੀਆਂ ਜ਼ਾਤਾਂ, ਧਰਮਾਂ, ਫਿਰਕਿਆਂ, ਮਜ਼ਹਬਾਂ ਤੋਂ ਉੱਪਰ ਸਾਨੂੰ ਇੱਕੋ ਸੁਰ ਦੇ ਵਿੱਚ ਪਰਾਉਣ ਦੀ ਹਿੰਮਤ ਰੱਖਦਾ ਹੈ। ਦੇਖਦੇ ਰਹੋ ਲਾਈਵ ਪੰਜਾਬੀ ਟੀਵੀ। ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV, Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ। ਵਰਲਡ ਵਾਈਡ ਤੁਸੀਂ ਸਾਨੂੰ Amazon Fire TV, Daily Hunt ਤੇ eBaba ਤੇ ਦੇਖ ਸਕਦੇ ਹੋ। USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ। ਰੌਲੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ।